ਵੈਲਕਮ ਸਟੂਡੈਂਟਸ, ਆਨਲਾਈਨ ਐਜੂਕੇਸ਼ਨ ਚੈਨਲ ਐਡੂਕ੍ਰੇਸੀ ਐਜੂਕੇਸ਼ਨ ਫॉर ਆਲ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਕਲਾਸ 8ਵੀਂ ਦੀ ਸਾਇੰਸ ਦੀ ਕਿਤਾਬ ਦਾ ਚੈਪਟਰ 2 ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ, ਮਾਈਕਰੋ ਆਰਗੇਨਿਜ਼ਮਸ, ਫਰੈਂਡ ਐਂਡ ਫੋ ਪੜਾਂਗੇ। ਆਓ ਬੱਚਿਓ ਚੈਪਟਰ ਵੱਲ ਅੱਗੇ ਵਧਦੇ ਹਾਂ। ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ। ਤੁਸੀਂ ਬਹੁਤ ਕਿਸਮਾਂ ਦੇ ਪੌਦੇ ਅਤੇ ਜੰਤੂ ਵੇਖੇ ਹਨ। ਸੋ ਜਦ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਕਿਸਮ ਦੇ ਜੰਤੂ ਅਤੇ ਪੇੜ ਪੌਦੇ ਦੇਖਣ ਨੂੰ ਮਿਲਦੇ ਹਨ। ਉਹਨਾਂ ਤੋਂ ਬਿਨਾਂ ਸਾਡੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਜੀਵ ਜੰਤੂ ਹਨ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਵੇਖ ਨਹੀਂ ਸਕਦੇ। ਇਹਨਾਂ ਨੂੰ ਸੂਖਮ ਜੀਵ ਕਹਿੰਦੇ ਹਨ। ਸੋ ਜੋ ਜੀਵ ਅਸੀਂ ਆਸੇ-ਪਾਸੇ ਦੇਖਦੇ ਹਾਂ ਉਹ ਤਾਂ ਜੀਵ ਜੰਤੂ ਹੈ ਹੀ ਨੇ, ਪਰੰਤੂ ਸਾਡੇ ਆਲੇ ਦੁਆਲੇ ਕੁਝ ਅਜਿਹੇ ਜੀਵ ਜੰਤੂ ਵੀ ਨੇ ਜਿਨ੍ਹਾਂ ਨੂੰ ਅਸੀਂ ਆਪਣੀਆਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਇਹਨਾਂ ਨੂੰ ਸੂਖਮ ਜੀਵ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਬਰਸਾਤ ਦੇ ਮੌਸਮ ਵਿੱਚ ਵੇਖਿਆ ਹੋਵੇਗਾ ਕਿ ਸਿੱਲੀ ਬ੍ਰੈਡ ਦਾ ਟੁਕੜਾ ਛੇਤੀ ਹੀ ਖਰਾਬ ਹੋ ਜਾਂਦਾ ਹੈ। ਤੁਸੀਂ ਘਰ ਵਿੱਚ ਆਮ ਕਿਹਾ ਜਾਂਦਾ ਹੈ ਕਿ ਦੇਖੋ ਇਸ ਨੂੰ ਉੱਲੀ ਲੱਗ ਗਈ ਹੈ। ਉਸ ਦੀ ਸਤ੍ਹਾ ਦੇ ਭੂਰੇ ਸਫੇਦ ਦਾਗਾਂ ਨਾਲ ਢਕ ਜਾਂਦੀ ਹੈ। ਉਸ ਦੀ ਜੋ ਸਤ੍ਹਾ ਹੈਗੀ ਹੈ, ਉਸ ਦੀ ਜੋ ਸਤ੍ਹਾ ਹੈ ਭੂਰੇ ਸਫੇਦ ਦਾਗਾਂ ਨਾਲ ਢਕ ਜਾਂਦੀ ਹੈ। ਇਹਨਾਂ ਦਾਗਾਂ ਨੂੰ ਵੜਦਕਸ਼ੀ ਲੈਂਸ ਭਾਵ ਕਿ ਮੈਗਨੀਫਾਈਂਗ ਗਲਾਸ ਜਾਂ ਮੈਗਨੀਫਾਈਂਗ ਲੈਂਸ ਵਿੱਚੋਂ ਵੀ ਦੇਖੋ। ਤੁਸੀਂ ਬਹੁਤ ਸੂਖਮ ਨੂੰ ਅੰਗਰੇਜ਼ੀ ਚ ਕਹਿੰਦੇ ਆ ਮਾਈਕਰੋ, ਕਾਲੇ ਅਤੇ ਗੋਲ ਆਕਾਰ ਦੀਆਂ ਰਚਨਾਵਾਂ ਵੇਖੋਗੇ। ਕੀ ਤੁਸੀਂ ਜਾਣਦੇ ਹੋ ਕਿ ਇਹ ਰਚਨਾਵਾਂ ਕੀ ਹਨ ਅਤੇ ਕਿੱਥੋਂ ਆਈਆਂ ਹਨ? ਸੋ ਇਹ ਤੁਸੀਂ ਦੇਖੋਗੇ ਨੀਚੇ ਜੋ ਇਹ ਫੋਟੋਗ੍ਰਾਫ ਹੈ, ਜੋ ਚਿੱਤਰ ਹੈ, ਉਹਦੇ ਵਿੱਚ ਬ੍ਰੈਡ ਜਿਸ ਨੂੰ ਕਿ ਉੱਲੀ ਲੱਗੀ ਹੋਈ ਹੈ ਤੇ ਭੂਰੇ ਤੇ ਸਫੇਦ ਦਾਗ ਇਸ ਵਿੱਚ ਸਾਫ਼ ਦਿਖਾਈ ਦੇ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਮੈਗਨੀਫਾਈਂਗ ਗਲਾਸ ਦਾ ਇੱਕ ਚਿੱਤਰ ਦਿਖਾਇਆ ਗਿਆ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਮੈਗਨੀਫਾਈਂਗ ਗਲਾਸ ਜਾਂ ਵੜਦਕਸ਼ੀ ਲੈਂਸ ਕਿਸ ਤਰ੍ਹਾਂ ਦਾ ਹੁੰਦਾ ਹੈ। ਸੋ ਆਓ ਬੱਚਿਓ ਅੱਗੇ ਵਧਦੇ ਹਾਂ। ਕਿਰਿਆ 2.1 ਕਿਰਿਆ 2.1 ਕਿਸੇ ਖੇਤ ਵਿੱਚੋਂ ਕੁਝ ਮਿੱਟੀ, ਸਿੱਲੀ ਦਾ ਮਤਲਬ ਜਿਸ ਵਿੱਚ ਪਾਣੀ ਹੋਵੇ, ਨਮੀ ਹੋਵੇ, ਲੈ ਕੇ ਇੱਕ ਬੀਕਰ ਵਿੱਚ ਪਾਓ। ਹੁਣ ਇਸ ਵਿੱਚ ਕੁਝ ਪਾਣੀ ਪਾਓ। ਜਦੋਂ ਮਿੱਟੀ ਦੇ ਕਣ ਹੇਠਾਂ ਬੈਠ ਜਾਣ ਤਾਂ ਬੀਕਰ ਵਿੱਚੋਂ ਇੱਕ ਬੂੰਦ ਪਾਣੀ ਦੀ ਲੈ ਕੇ ਸਲਾਈਡ ਤਿਆਰ ਕਰੋ ਅਤੇ ਸੂਖਮਦਰਸ਼ੀ, ਜਿਸ ਨੂੰ ਕਿ ਆਪਾਂ ਇੰਗਲਿਸ਼ 'ਚ ਕੀ ਕਹਿੰਦੇ ਆ, ਮਾਈਕਰੋਸਕੋਪ, ਜਿਸ ਦੀ ਤਸਵੀਰ ਤੁਹਾਨੂੰ ਨੀਚੇ ਦਿੱਤੀ ਗਈ ਹੈ, ਮਾਈਕਰੋਸਕੋਪ ਦੀ ਸਹਾਇਤਾ ਨਾਲ ਨਿਰੀਖਣ ਕਰੋ। ਤੁਸੀਂ ਕੀ ਵੇਖਦੇ ਹੋ? ਜਦੋਂ ਤੁਸੀਂ ਜੋ ਪਾਣੀ ਦੀ ਬੂੰਦ ਹੈ ਉਸ ਨੂੰ ਮਾਈਕਰੋਸਕੋਪ ਦੇ ਹੇਠਾਂ ਰੱਖ ਕੇ ਵੇਖੋਗੇ ਤਾਂ ਤੁਸੀਂ ਕੀ ਵੇਖੋਗੇ? ਆਓ ਇਸ ਲੈਸਨ ਵਿੱਚ ਇਸ ਬਾਰੇ ਅੱਗੇ ਪੜ੍ਹਦੇ ਹਾਂ। ਛੱਪੜ ਦੇ ਪਾਣੀ ਦੀਆਂ ਕੁਝ ਬੂੰਦਾਂ ਲਓ ਅਤੇ ਕੱਚ ਦੀ ਸਲਾਈਡ ਤੇ ਫੈਲਾ ਕੇ ਸੂਖਮਦਰਸ਼ੀ ਵਿੱਚੋਂ ਦੀ ਵੇਖੋ। ਸੋ ਸੂਖਮਦਰਸ਼ੀ ਉਹੀ ਮਾਈਕਰੋਸਕੋਪ। ਕੀ ਤੁਸੀਂ ਕੁਝ ਸੂਖਮ ਜੀਵ ਕੀ ਹੁੰਦੇ ਨੇ, ਮਾਈਕਰੋਬਸ ਜਾਂ ਮਾਈਕਰੋ ਆਰਗੇਨਿਜ਼ਮਸ ਨੂੰ ਗਤੀ ਕਰਦੇ ਹੋਏ ਵੇਖਦੇ ਹੋ? ਉਪਰੋਕਤ ਨਿਰੀਖਣਾਂ ਤੋਂ ਸਿੱਧ ਹੁੰਦਾ ਹੈ ਕਿ ਮਿੱਟੀ ਅਤੇ ਪਾਣੀ ਸੂਖਮ ਜੀਵਾਂ ਨਾਲ ਭਰਪੂਰ ਹੁੰਦੇ ਹਨ। ਜਦ ਤੁਸੀਂ ਛੱਪੜ ਦਾ ਪਾਣੀ ਅਤੇ ਮਿੱਟੀ ਵਿੱਚੋਂ ਪਾਣੀ ਲੈ ਕੇ ਵੇਖੋਗੇ ਤਾਂ ਤੁਹਾਨੂੰ ਉਸ ਵਿੱਚ ਕਈ ਤਰ੍ਹਾਂ ਦੇ ਜੀਵ ਗਤੀ ਕਰਦੇ ਹੋਏ, ਹਿਲਜੁਲ ਕਰਦੇ ਹੋਏ ਦਿਖਣਗੇ। ਸੋ ਇਸ ਤੋਂ ਕੀ ਸਿੱਧ ਹੁੰਦਾ ਹੈ ਕਿ ਮਿੱਟੀ ਅਤੇ ਪਾਣੀ ਸੂਖਮ ਜੀਵਾਂ ਨਾਲ ਭਰਪੂਰ ਹੁੰਦੇ ਹਨ। ਭਾਵੇਂ ਇਹ ਸਾਰੇ ਸੂਖਮ ਜੀਵ ਜੀਵਾਣੂਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ। ਸੋ ਇਹ ਜੋ ਸਾਰੇ ਸੂਖਮ ਜੀਵ ਨੇ ਇਹ ਅਲੱਗ-ਅਲੱਗ ਸ਼੍ਰੇਣੀਆਂ ਦੇ ਹੁੰਦੇ ਨੇ, ਇਹ ਸਾਰੇ ਕੋਈ ਜੀਵਾਣੂ ਨਹੀਂ ਹੁੰਦੇ। ਇਹ ਸੂਖਮ ਜੀਵ ਇੰਨੇ ਸੂਖਮ ਹੁੰਦੇ ਹਨ, ਸੂਖਮ ਦਾ ਮਤਲਬ ਹੁੰਦਾ ਬਹੁਤ ਛੋਟੇ, ਮਾਈਕਰੋ, ਕਿ ਇਹਨਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ। ਇਹਨਾਂ ਵਿੱਚੋਂ ਉੱਲੀ, ਜਿਹੜੀ ਕਿ ਡਬਲ ਰੋਟੀ ਉੱਪਰ ਉਗਦੀ ਹੈ, ਨੂੰ ਵੜਦਕਸ਼ੀ ਲੈਂਸ ਭਾਵ ਕਿ ਮੈਗਨੀਫਾਈਂਗ ਗਲਾਸ, ਮੈਗਨੀਫਾਈਂਗ ਲੈਂਸ ਨਾਲ ਵੇਖਿਆ ਜਾ ਸਕਦਾ ਹੈ। ਬਾਕੀਆਂ ਨੂੰ ਸੂਖਮਦਰਸ਼ੀ, ਜਿਸ ਨੂੰ ਕਿ ਅਸੀਂ ਕੀ ਕਹਿੰਦੇ ਆ, ਮਾਈਕਰੋਸਕੋਪ ਦੀ ਮਦਦ ਤੋਂ ਬਿਨਾਂ ਨਹੀਂ ਵੇਖਿਆ ਜਾ ਸਕਦਾ। ਇਸ ਕਾਰਨ ਇਹਨਾਂ ਨੂੰ ਸੂਖਮ ਜੀਵ ਕਿਹਾ ਜਾਂਦਾ ਹੈ। ਸੋ ਇਹਨਾਂ ਦੇ ਆਕਾਰ ਕਰਕੇ, ਕਿਉਂਕਿ ਇਹ ਬਹੁਤ ਛੋਟੇ ਹੁੰਦੇ ਹਨ ਅਤੇ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਅਸੀਂ ਇਹਨਾਂ ਨੂੰ ਸਿਰਫ ਵੜਦਕਸ਼ੀ ਲੈਂਸ ਜਾਂ ਫਿਰ ਸੂਖਮਦਰਸ਼ੀ ਨਾਲ ਹੀ ਦੇਖਿਆ ਜਾ ਸਕਦਾ ਹੈ। ਇਸ ਕਾਰਨ ਇਹਨਾਂ ਨੂੰ ਸੂਖਮ ਜੀਵ ਆਖਿਆ ਜਾਂਦਾ ਹੈ। ਸੋ ਇਹ ਦੇਖੋ ਦੋ ਫੋਟੋਗ੍ਰਾਫ, ਦੋ ਚਿੱਤਰ ਤੁਹਾਨੂੰ ਦਿਖਾਏ ਗਏ ਨੇ ਜਿਨ੍ਹਾਂ ਵਿੱਚ ਸੂਖਮ ਜੀਵ, ਜਦ ਤੁਸੀਂ ਪਾਣੀ ਜਾਂ ਮਿੱਟੀ ਦਾ ਨਮੂਨਾ ਲੈ ਕੇ ਉਸ ਨੂੰ ਸੂਖਮਦਰਸ਼ੀ ਨੀਚੇ ਰੱਖ ਕੇ ਦੇਖੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਆਕ੍ਰਿਤੀਆਂ, ਇਸ ਤਰ੍ਹਾਂ ਦੀਆਂ ਜੋ ਫਾਰਮੇਸ਼ਨਸ ਨੇ ਤੁਹਾਨੂੰ ਦਿਖਣਗੀਆਂ। ਇਹ ਸਾਰੇ ਸੂਖਮ ਜੀਵ ਹਨ। ਸੂਖਮ ਜੀਵਾਂ ਨੂੰ 4 ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਇਹ ਸ਼੍ਰੇਣੀਆਂ ਹਨ: ਨੰਬਰ 1 ਜੀਵਾਣੂ, ਇੰਗਲਿਸ਼ ਵਿੱਚ ਬੈਕਟੀਰੀਆ। ਨੰਬਰ 2 ਉੱਲੀਆਂ, ਇੰਗਲਿਸ਼ ਵਿੱਚ ਫੰਗੀ।
ਨੰਬਰ 3 ਪ੍ਰੋਟੋਜ਼ੋਆ, ਇੰਗਲਿਸ਼ ਵਿੱਚ ਇਸ ਨੂੰ ਪ੍ਰੋਟੋਜ਼ੋਆ ਹੀ ਆਖਦੇ ਆ। ਨੰਬਰ 4 ਕਾਈ, ਕਾਈ ਨੂੰ ਅੰਗਰੇਜ਼ੀ ਚ ਕਹਿੰਦੇ ਆ ਐਲਗੀ। ਸੋ ਇਹ 4 ਮੁੱਖ ਸ਼੍ਰੇਣੀਆਂ ਨੇ ਜਿਨ੍ਹਾਂ ਵਿੱਚ ਸੂਖਮ ਜੀਵਾਂ ਨੂੰ ਵੰਡਿਆ ਜਾਂਦਾ ਹੈ। ਜੋ ਵਾਇਰਸ ਹੈ, ਵਾਇਰਸ ਵੀ ਸੂਖਮ ਜੀਵ ਹੁੰਦੇ ਹਨ। ਇਹ ਆਪਣੇ ਮੇਜ਼ਬਾਨ ਜੀਵ, ਜੀਵਾਣੂ, ਪੌਦਾ ਜਾਂ ਜੰਤੂ ਦੇ ਸੈੱਲਾਂ ਅੰਦਰ ਪਹੁੰਚ ਕੇ ਹੀ ਜਨਨ ਕਿਰਿਆ ਕਰਦੇ ਹਨ। ਸੋ ਇੱਥੇ ਤੁਹਾਨੂੰ ਲਿਖਿਆ ਗਿਆ ਵਾਇਰਸ ਵੀ ਸੂਖਮ ਹੁੰਦੇ ਹਨ। ਸੋ ਇਹ ਵੀ ਮਾਈਕਰੋ ਹੁੰਦੇ ਹਨ। ਇਹ ਆਪਣੇ ਮੇਜ਼ਬਾਨ ਭਾਵ ਕਿ ਜਿਸ ਦੇ ਉੱਪਰ ਇਹ ਜਿਉਂਦੇ ਨੇ, ਜਿਸ ਤੋਂ ਇਹ ਪੋਸ਼ਣ ਲੈਂਦੇ ਨੇ, ਉਸ ਜੀਵਾਣੂ, ਉਹ ਜੀਵਾਣੂ ਹੋ ਸਕਦਾ ਹੈ, ਉਹ ਜੀਵ ਹੋ ਸਕਦਾ ਹੈ, ਉਹ ਪੌਦਾ ਹੋ ਸਕਦਾ ਹੈ, ਕੋਈ ਜੰਤੂ ਹੋ ਸਕਦਾ ਹੈ। ਉਹਦੇ ਸੈੱਲਾਂ ਅੰਦਰ ਪਹੁੰਚ ਕੇ ਆਪਣਾ ਜੋ ਗਿਣਤੀ ਹੈ ਉਹਨੂੰ ਵਧਾਉਂਦੇ ਹਨ। ਕੁਝ ਗੰਭੀਰ ਰੋਗ ਜਿਵੇਂ ਕਿ ਪੋਲੀਓ ਅਤੇ ਚੇਚਕ ਵੀ ਵਿਸ਼ਾਣੂਆਂ ਦੁਆਰਾ ਹੋਣ ਵਾਲੇ ਰੋਗ ਹਨ। ਜੋ ਪੋਲੀਓ ਤੇ ਚੇਚਕ ਹੈ ਉਹ ਵਾਇਰਸ ਦੁਆਰਾ ਰੋਗ ਜੋ ਹੈ ਉਹ ਹੁੰਦੇ ਹਨ। ਹੈਜ਼ਾ ਅਤੇ ਮਲੇਰੀਆ ਰੋਗ ਪ੍ਰੋਟੋਜ਼ੋਆ ਦੁਆਰਾ ਫੈਲਦੇ ਹਨ, ਜਦੋਂ ਕਿ ਮਿਆਦੀ ਬੁਖਾਰ, ਟਾਈਫਾਇਡ ਅਤੇ ਟੀਬੀ, ਜਿਸ ਨੂੰ ਕਿ ਅੰਗਰੇਜ਼ੀ ਵਿੱਚ ਟਿਊਬਰਕਲੋਸਿਸ ਕਿਹਾ ਜਾਂਦਾ ਹੈ, ਜੀਵਾਣੂਆਂ ਦੁਆਰਾ ਭਾਵ ਕਿ ਬੈਕਟੀਰੀਆ ਦੁਆਰਾ ਫੈਲਣ ਵਾਲੇ ਰੋਗ ਹਨ। ਤੁਸੀਂ ਇਹਨਾਂ ਵਿੱਚੋਂ ਕੁਝ ਸੂਖਮ ਜੀਵਾਂ ਬਾਰੇ 6ਵੀਂ ਅਤੇ 7ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ। ਸੋ ਇਹਦੇ ਵਿੱਚੋਂ ਕਾਫੀ ਸੂਖਮ ਜੀਵਾਂ ਬਾਰੇ, ਕੁਝ ਸੂਖਮ ਜੀਵਾਂ ਬਾਰੇ ਤੁਸੀਂ ਪਹਿਲੀਆਂ ਜਮਾਤਾਂ ਵਿੱਚ ਪੜ੍ਹ ਚੁੱਕੇ ਹੋ। ਇਸ ਲੈਸਨ ਵਿੱਚ ਤੁਸੀਂ ਇਹਨਾਂ ਬਾਰੇ ਡਿਟੇਲ ਵਿੱਚ ਪੜ੍ਹੋਗੇ। ਸੋ ਇਹ ਕੁਝ ਤਸਵੀਰਾਂ ਜਿਸ ਵਿੱਚ ਕਿ ਜੀਵਾਣੂ, ਇਹ 2 ਬੈਕਟੀਰੀਆ ਦੀਆਂ ਤਸਵੀਰਾਂ ਨੇ ਜਿਸ ਨੂੰ ਕਿ ਆਪਾਂ ਜੀਵਾਣੂ ਕਹਿੰਦੇ ਆ। ਇਹ ਕੁੰਡਲਾਣੂ ਜੀਵਾਣੂ, ਜਿਸ ਦੇ ਕਿ ਦੇਖੋ ਕੁੰਡਲੀਆਂ ਵਿੱਚ ਇਹਨਾਂ ਦੀ ਬਣਤਰ ਹੈ। ਇਹ ਕੁਝ ਛੜ ਆਕਾਰ ਦੇ ਜੀਵਾਣੂ ਨੇ, ਬਿਲਕੁਲ ਸਟ੍ਰੇਟ। ਇਹ ਐਲਗੀ ਭਾਵ ਕਿ ਕਾਈ ਦੀਆਂ 2 ਕਿਸਮਾਂ। ਇਹ ਪ੍ਰੋਟੋਜ਼ੋਆ ਚ ਅਮੀਬਾ ਤੇ ਪੈਰਾਮੀਸ਼ੀਅਮ। ਇਸ ਤੋਂ ਬਾਅਦ ਉੱਲੀਆਂ, ਫੰਗੀ, ਡਬਲ ਰੋਟੀ ਦੀ ਉੱਲੀ ਕੁਝ ਇਸ ਤਰ੍ਹਾਂ ਦਿਖਦੀ ਹੈ। ਪੈਨਸਿਲਿਨ ਜੋ ਕਿ ਇੱਕ ਉੱਲੀ ਦੀ ਪ੍ਰਕਾਰ ਹੈ, ਉਹਦਾ ਆਕਾਰ ਕੁਝ ਇਸ ਤਰ੍ਹਾਂ ਹੁੰਦਾ ਹੈ। ਉਸ ਤੋਂ ਬਾਅਦ ਐਸਪਰੈਜਿਲਸ, ਇਹ ਵੀ ਇਸ ਤਰ੍ਹਾਂ ਦਿਖਦੀ ਹੈ। ਤੇ ਆਹ ਕੁਝ 2 ਕਿਸਮਾਂ, 2 ਚਿੱਤਰ ਤੁਹਾਨੂੰ ਵਾਇਰਸ ਤੇ ਦਿਖਾਏ ਗਏ ਨੇ। ਸੋ ਇਹਨਾਂ ਨੂੰ ਦੇਖ ਕੇ ਤੁਹਾਨੂੰ ਇਹਨਾਂ ਦੇ ਆਕਾਰ ਬਾਰੇ ਕਾਫੀ ਹੱਦ ਤੱਕ ਅੰਦਾਜ਼ਾ ਹੋ ਗਿਆ ਹੋਵੇਗਾ। ਸੂਖਮ ਜੀਵ ਕਿੱਥੇ ਰਹਿੰਦੇ ਹਨ? ਸੋ ਅਗਲਾ ਸਵਾਲ, ਸੂਖਮ ਜੀਵ ਕਿੱਥੇ ਰਹਿੰਦੇ ਹਨ? ਕੁਝ ਜੀਵਾਣੂ, ਉੱਲੀਆਂ ਅਤੇ ਪ੍ਰੋਟੋਜ਼ੋਆ ਵਰਗੇ ਸੂਖਮ ਜੀਵ ਇੱਕ ਸੈਲੀ ਹੁੰਦੇ ਹਨ, ਭਾਵ ਕਿ ਇਹ ਇੱਕ ਸੈੱਲ ਦੇ ਜੀਵ ਹਨ, ਜਦੋਂ ਕਿ ਕੁਝ ਉੱਲੀਆਂ ਅਤੇ ਕਾਈਆਂ ਵਾਲੇ ਜੀਵਾਣੂ ਬਹੁਸੈਲੀ ਭਾਵ ਕਿ ਕਈ ਸੈੱਲਾਂ ਤੋਂ ਬਣਦੇ ਹਨ। ਇਹ ਹਰ ਪ੍ਰਕਾਰ ਦੇ ਵਾਤਾਵਰਣ ਜਿਵੇਂ ਕਿ ਬਰਫ਼ ਵਰਗੇ ਠੰਡੇ ਪਾਣੀ, ਗਰਮ ਪਾਣੀ ਦੇ ਚਸ਼ਮੇ, ਮਾਰੂਥਲ ਜਾਂ ਦਲਦਲੀ ਥਾਵਾਂ ਵਿੱਚ ਰਹਿ ਸਕਦੇ ਹਨ। ਸੋ ਇਹ ਜੋ ਸੂਖਮ ਜੀਵ ਹਨ ਇਹ ਕਿਸੇ ਵੀ ਔਖੇ ਤੋਂ ਔਖੇ ਵਾਤਾਵਰਣ ਵਿੱਚ ਬੜੇ ਆਸਾਨੀ ਨਾਲ ਰਹਿ ਸਕਦੇ ਹਨ। ਇਹ ਮਨੁੱਖ ਸਮੇਤ ਹੋਰ ਜੀਵਾਂ ਦੇ ਸਰੀਰ ਅੰਦਰ ਵੀ ਪਾਏ ਜਾਂਦੇ ਹਨ। ਕੁਝ ਸੂਖਮ ਜੀਵ ਹੋਰ ਜੀਵਾਂ ਦੇ ਸਰੀਰ ਉੱਪਰ ਰਹਿੰਦੇ ਹਨ ਤੇ ਵਾਧਾ ਕਰਦੇ ਹਨ, ਜਦੋਂ ਕਿ ਕੁਝ ਸੁਤੰਤਰ ਹੋਂਦ ਰੱਖਦੇ ਹਨ। ਕੁਝ ਜੋ ਇਹ ਸੂਖਮ ਜੀਵ ਹੁੰਦੇ ਆ ਇਹ ਕਿਸੇ ਨਾ ਕਿਸੇ ਜੀਵ ਦੇ ਉੱਪਰ ਹੀ ਰਹਿੰਦੇ ਆ ਜਾਂ ਉਸ ਦੇ ਅੰਦਰ ਰਹਿੰਦੇ ਆ, ਪਰੰਤੂ ਕੁਝ ਸੂਖਮ ਜੀਵ ਸੁਤੰਤਰ ਹੋਂਦ ਰੱਖਦੇ ਹਨ, ਉਹ ਇੰਡੀਪੈਂਡੈਂਟਲੀ ਬਾਹਰ ਵੀ ਰਹਿ ਸਕਦੇ ਹਨ। ਜਿਵੇਂ ਕਿ ਅਮੀਬਾ ਵਰਗੇ ਸੂਖਮ ਜੀਵ ਇਕੱਲੇ ਰਹਿ ਸਕਦੇ ਹਨ, ਜਦੋਂ ਕਿ ਉੱਲੀਆਂ ਅਤੇ ਜੀਵਾਣੂ ਕਲੋਨੀ ਭਾਵ ਕਿ ਸਮੂਹ ਬਣਾ ਕੇ ਰਹਿੰਦੇ ਹਨ। ਸੋ ਤੁਸੀਂ ਦੇਖੋਗੇ ਜੋ ਬ੍ਰੈਡ ਦੇ ਉੱਪਰ ਉੱਲੀ ਲੱਗਦੀ ਹੈ, ਜੇ ਉਸਨੂੰ ਪਾਰਦਰਸ਼ੀ ਲੈਂਸ ਰਾਹੀਂ ਦੇਖਿਆ ਜਾਵੇ ਤਾਂ ਉੱਤੇ ਤੁਹਾਨੂੰ ਉੱਲੀ ਦੀ ਪੂਰੀ ਇੱਕ ਕਲੋਨੀ, ਪੂਰਾ ਇੱਕ ਸਮੂਹ ਦਿਖਾਈ ਦੇਵੇਗਾ। ਸੋ ਜੋ ਉੱਲੀਆਂ ਹਨ ਉਹ ਸਮੂਹ ਵਿੱਚ ਭਾਵ ਕਿ ਕਲੋਨੀ ਬਣਾ ਕੇ ਰਹਿੰਦੀਆਂ ਹਨ। ਸੂਖਮ ਜੀਵ ਅਤੇ ਅਸੀਂ। ਸੂਖਮ ਜੀਵ ਅਤੇ ਅਸੀਂ ਭਾਵ ਕਿ ਸੂਖਮ ਜੀਵ ਤੇ ਸਾਡਾ ਕੀ ਸੰਬੰਧ ਹੈ, ਅਸੀਂ ਉਹਨਾਂ ਤੇ ਉਹ ਸਾਡੇ ਤੇ ਕਿੱਦਾਂ ਨਿਰਭਰ ਹਨ। ਸੂਖਮ ਜੀਵ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਇਹਨਾਂ ਵਿੱਚੋਂ ਕੁਝ ਸਾਡੇ ਲਈ ਬਹੁਤ ਲਾਭਦਾਇਕ ਹਨ, ਜਦੋਂ ਕਿ ਕੁਝ ਹਾਨੀਕਾਰਕ ਹਨ ਅਤੇ ਬਿਮਾਰੀਆਂ ਫੈਲਾਉਂਦੇ ਹਨ। ਆਓ ਆਪਾਂ ਇਹਨਾਂ ਬਾਰੇ ਵਿਸਥਾਰ ਵਿੱਚ ਅਧਿਐਨ ਕਰੀਏ। ਸੋ ਆਓ ਬੱਚਿਓ ਇਹਨਾਂ ਬਾਰੇ ਅਸੀਂ ਡਿਟੇਲ ਵਿੱਚ ਪੜ੍ਹਦੇ ਹਾਂ। ਯੂਜ਼ਫੁਲ ਆਰਗੇਨਿਜ਼ਮਸ, ਯੂਜ਼ਫੁਲ ਮਾਈਕਰੋ ਆਰਗੇਨਿਜ਼ਮਸ ਭਾਵ ਕਿ ਮਿੱਤਰ ਸੂਖਮ ਜੀਵ, ਉਹ ਸੂਖਮ ਜੀਵ ਜੋ ਕਿ ਇਨਸਾਨ ਵਾਸਤੇ, ਮਨੁੱਖ ਵਾਸਤੇ ਲਾਭਕਾਰੀ ਹਨ। ਸੋ ਬੱਚਿਓ ਜੋ ਇਹ ਪਾਰਟ ਹੈ, ਜੋ ਪਾਰਟ 1 ਹੈ ਇਸ ਲੈਸਨ ਦਾ, ਇਸ ਵਿੱਚ ਅਸੀਂ ਮਿੱਤਰ ਸੂਖਮ ਜੀਵਾਂ ਬਾਰੇ ਹੀ ਪੜਾਂਗੇ। ਜੋ ਕਿ ਹਾਨੀਕਾਰਕ ਸੂਖਮ ਜੀਵ ਹਨ ਉਹਨਾਂ ਬਾਰੇ ਅਸੀਂ ਅਗਲੇ ਟਿਊਟੋਰੀਅਲ ਭਾਵ ਕਿ ਇਸ ਦੇ ਅਗਲੇ ਭਾਗ ਵਿੱਚ ਪੜਾਂਗੇ, ਅਤੇ ਇਸ ਲੈਸਨ ਦੇ ਜੋ ਐਕਸਰਸਾਈਜ਼ਸ ਹਨ ਉਹ ਅਸੀਂ ਇਸ ਦੇ ਤੀਜੇ ਭਾਗ ਵਿੱਚ ਕਰਾਂਗੇ। ਸੋ ਸੂਖਮ ਜੀਵ ਬਹੁਤ ਕੰਮਾਂ ਲਈ ਵਰਤੇ ਜਾਂਦੇ ਹਨ। ਇਹਨਾਂ ਦੀ ਵਰਤੋਂ ਕਿੱਥੇ ਹੁੰਦੀ ਹੈ? ਨੰਬਰ 1, ਇਹਨਾਂ ਦੀ ਵਰਤੋਂ ਦਹੀਂ, ਡਬਲ ਰੋਟੀ ਅਤੇ ਕੇਕ ਬਣਾਉਣ ਸਮੇਂ ਕੀਤੀ ਜਾਂਦੀ ਹੈ। ਨੰਬਰ 2,
ਬਹੁਤ ਪੁਰਾਣੇ ਸਮੇਂ ਤੋਂ ਸੂਖਮ ਜੀਵਾਂ ਦੀ ਵਰਤੋਂ ਸ਼ਰਾਬ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਇਹ ਵਾਤਾਵਰਣ ਦੀ ਸਫਾਈ ਕਰਨ ਵਿੱਚ ਵੀ ਬਹੁਤ ਲਾਭਦਾਇਕ ਹਨ। ਉਦਾਹਰਣ ਦੇ ਤੌਰ ਤੇ ਸੰਜੀਵਾਂ ਦੀ ਰਹਿੰਦ ਖੂੰਹਦ, ਸਬਜ਼ੀਆਂ ਦੇ ਛਿਲਕੇ, ਪਸ਼ੂਆਂ ਦਾ ਫੋਕਟ ਪਦਾਰਥ, ਗੋਬਰ ਆਦਿ ਨੂੰ ਜੀਵਾਣੂ ਕੀ ਕਰਦੇ ਹਨ? ਇਸ ਨੂੰ ਕਿਸ 'ਚ ਬਦਲ ਦਿੰਦੇ ਹਨ? ਸਰਲ, ਨੁਕਸਾਨ ਰਹਿਤ, ਵਰਤੋਂਯੋਗ ਪਦਾਰਥਾਂ ਵਿੱਚ ਤੋੜ ਦਿੰਦੇ ਹਨ। ਤੁਸੀਂ ਦੇਖੋਗੇ ਕਿ ਇਹ ਉੱਪਰਲੀਆਂ ਜਿੰਨੀਆਂ ਵੀ ਚੀਜ਼ਾਂ ਹਨ ਇਹ ਇਨਸਾਨੀ ਵੇਸਟ ਹੈ, ਇਨਸਾਨ ਦਾ ਜੋ ਵੇਸਟ ਹੈ, ਪਰੰਤੂ ਸੂਖਮ ਜੀਵ ਕੀ ਕਰਦੇ ਹਨ? ਇਹਨਾਂ ਨੂੰ ਤੋੜ ਕੇ ਬੜੇ ਹੀ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਹਨ ਜੋ ਕਿ ਦੁਬਾਰਾ ਵਰਤੇ ਜਾ ਸਕਦੇ ਹਨ। ਨੰਬਰ 4, ਜੀਵਾਣੂ ਦਵਾਈਆਂ ਦੀ ਤਿਆਰੀ ਸਮੇਂ ਵਰਤੇ ਜਾਂਦੇ ਹਨ। ਜੋ ਜੀਵਾਣੂ ਹੈ ਇਹ ਦਵਾਈਆਂ ਵਿੱਚ ਵੀ ਵਰਤੇ ਜਾਂਦੇ ਹਨ। ਨੰਬਰ 5, ਖੇਤੀਬਾੜੀ ਵਿੱਚ ਇਹ ਜੀਵਾਣੂ ਨਾਈਟ੍ਰੋਜਨ ਦਾ ਸਥਿਰੀਕਰਨ, ਫਿਕਸੇਸ਼ਨ, ਨਾਈਟ੍ਰੋਜਨ ਫਿਕਸੇਸ਼ਨ ਤੁਸੀਂ ਪੜ੍ਹਿਆ ਪਹਿਲੀਆਂ ਜਮਾਤਾਂ ਵਿੱਚ, ਇਸ ਕਲਾਸ ਵਿੱਚ ਵੀ ਤੁਸੀਂ ਇਸ ਬਾਰੇ ਪੜ੍ਹੋਗੇ। ਖੇਤੀਬਾੜੀ ਵਿੱਚ ਇਹ ਜੀਵਾਣੂ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਭੂਮੀ ਨੂੰ ਉਪਜਾਊ ਸ਼ਕਤੀ ਵਧਾਉਂਦੇ ਹਨ, ਭੂਮੀ ਨੂੰ ਉਪਜਾਊ ਕਰਦੇ ਹਨ। ਸੋ ਇਹ ਕੁਝ ਜੋ ਸੂਖਮ ਜੀਵ ਦੇ ਲਾਭ ਹਨ ਇਹ ਤੁਹਾਡੇ ਅੱਗੇ ਰੱਖੇ ਗਏ ਹਨ। ਇਹਨਾਂ ਬਾਰੇ ਅਸੀਂ ਇਸੀ ਲੈਸਨ ਵਿੱਚ ਡਿਟੇਲ ਵਿੱਚ ਅੱਗੇ ਜਾ ਕੇ ਪੜਾਂਗੇ। ਸੋ ਹੁਣ ਜੋ ਪਹਿਲਾ ਪਾਰਟ ਸੀ ਉਸਦਾ ਦਹੀਂ ਅਤੇ ਡਬਲ ਰੋਟੀ ਬਣਾਉਣਾ, ਤੁਸੀਂ 7ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ ਕਿ ਜੀਵਾਣੂ ਦੁੱਧ ਨੂੰ ਦਹੀਂ ਵਿੱਚ ਬਦਲ ਦਿੰਦੇ ਹਨ। ਸੋ ਜੋ ਇਹ ਜੀਵਾਣੂ ਹੈ ਜੋ ਦੁੱਧ ਨੂੰ ਦਹੀਂ ਵਿੱਚ ਬਦਲਦਾ ਹੈ ਉਹ ਕੁਝ ਇਸ ਤਰ੍ਹਾਂ ਦਾ ਦਿਖਦਾ ਹੈ। ਉਹਦੀ ਜੋ ਸਟਰਕਚਰ ਹੈ, ਉਹਦੀ ਜੋ ਬਣਤਰ ਹੈ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ। ਦਹੀਂ ਵਿੱਚ ਬਹੁਤ ਸਾਰੇ ਜੀਵਾਣੂ ਹੁੰਦੇ ਹਨ। ਇਹਨਾਂ ਵਿੱਚੋਂ ਲੈਕਟੋਬੈਸਿਲਸ ਨਾਮ ਦੇ ਇੱਕ ਜੀਵਾਣੂ ਦਹੀਂ ਬਣਾਉਣ ਵਿੱਚ ਮਦਦ ਕਰਦੇ ਹਨ। ਇਹ ਦੁੱਧ ਵਿੱਚ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਨੂੰ ਦਹੀਂ ਵਿੱਚ ਬਦਲ ਦਿੰਦੇ ਹਨ। ਜੀਵਾਣੂ ਪਨੀਰ, ਅਚਾਰ ਅਤੇ ਹੋਰ ਭੋਜਨ ਪਦਾਰਥ ਬਣਾਉਣ ਵਿੱਚ ਵੀ ਯੋਗਦਾਨ ਪਾਉਂਦੇ ਹਨ। ਰਵਾ, ਸੂਜੀ, ਇਡਲੀ, ਭਟੂਰੇ ਬਣਾਉਣ ਲਈ ਦਹੀਂ ਇੱਕ ਮੁੱਖ ਅੰਸ਼ ਹੈ। ਕੀ ਤੁਸੀਂ ਜਾਣਦੇ ਹੋ, ਅੰਦਾਜ਼ਾ ਲਗਾ ਸਕਦੇ ਹੋ ਕਿ ਕਿਉਂ? ਸੋ ਆਓ ਇਹ ਦੇਖਦੇ ਹਾਂ ਬੱਚਿਓ। ਆਓ ਬੱਚਿਓ ਅੱਗੇ ਵਧਦੇ ਹਾਂ। ਕਿਰਿਆ 2.3, ਅੱਧਾ ਕਿਲੋ ਆਟਾ ਜਾਂ ਮੈਦਾ ਲੈ ਕੇ ਉਸ ਵਿੱਚ ਚੀਨੀ ਜਾਂ ਥੋੜਾ ਜਿਹਾ ਖਮੀਰ ਪਾਊਡਰ ਮਿਲਾ ਲਓ। ਹੁਣ ਆਟੇ ਨੂੰ ਕੋਸੇ ਪਾਣੀ ਨਾਲ ਗੁੰਨ ਲਓ। 2 ਘੰਟੇ ਪਿਆ ਰਹਿਣ ਦਿਓ। ਉਸ ਤੋਂ ਬਾਅਦ ਉਸਨੂੰ 2 ਘੰਟਿਆਂ ਵਾਸਤੇ ਏਦਾਂ ਹੀ ਛੱਡ ਦੇਣਾ। ਤੁਸੀਂ ਕੀ ਵੇਖੋਗੇ ਕਿ ਗੁੰਨਿਆ ਹੋਇਆ ਆਟਾ ਫੁੱਲ ਗਿਆ ਹੈ। ਸੋ ਇਹ ਤੁਸੀਂ ਦੇਖੋਗੇ ਚਿੱਤਰ ਦੇ ਵਿੱਚ ਇਹ ਆਟਾ ਪਹਿਲਾਂ ਫੁੱਲਿਆ ਹੋਇਆ ਨਹੀਂ ਹੈ, ਪਰੰਤੂ 2 ਘੰਟਿਆਂ ਬਾਅਦ ਇਹ ਆਟਾ ਫੁੱਲ ਗਿਆ ਹੈ। ਉਹ ਕਿਉਂ ਫੁੱਲ ਗਿਆ ਹੈ? ਆਓ ਇੱਥੇ ਦੇਖੀਏ। ਖਮੀਰ ਬੜੀ ਤੇਜ਼ੀ ਨਾਲ ਜਣਨ ਕਿਰਿਆ ਕਰਦਾ ਹੈ, ਭਾਵ ਕਿ ਉਹ ਬੜੀ ਜਲਦੀ ਨਾਲ ਆਪਣੀ ਗਿਣਤੀ ਵਧਾਉਂਦਾ ਹੈ ਅਤੇ ਸਾਹ ਕਿਰਿਆ ਦੁਆਰਾ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦਾ ਹੈ। ਇਹ ਗੈਸ ਦੇ ਬੁਲਬੁਲੇ ਆਟੇ ਵਿੱਚ ਫੈਲ ਜਾਂਦੇ ਹਨ, ਇਸ ਕਰਕੇ ਉਸ ਦਾ ਆਇਤਨ ਵੱਧ ਜਾਂਦਾ ਹੈ। ਸੋ ਤੁਸੀਂ ਦੇਖੋਗੇ ਜੋ ਵੋਲਿਊਮ ਹੈ ਇਸ ਆਟੇ ਦਾ, ਆਇਤਨ ਜੋ ਹੈ ਉਹ ਪਹਿਲਾਂ ਕਿੰਨਾ ਘੱਟ ਹੈ ਤੇ ਇਸ ਤੋਂ ਬਾਅਦ ਇਹ ਕਿੰਨਾ ਵੱਧ ਗਿਆ। ਇਸੇ ਸਿਧਾਂਤ ਉੱਪਰ ਹੀ ਬੇਕਰੀ ਉਦਯੋਗ ਵਿੱਚ ਡਬਲ ਰੋਟੀ, ਬ੍ਰੈਡ, ਪੇਸਟਰੀ ਤੇ ਕੇਕ ਬਣਾਉਣ ਵਿੱਚ ਖਮੀਰ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਓ ਜਦ ਵੀ ਤੁਸੀਂ ਦੇਖਿਆ ਹੋਵੇਗਾ ਡਬਲ ਰੋਟੀ ਜਾਂ ਕੇਕ, ਪੇਸਟਰੀ ਅਸੀਂ ਲੈ ਕੇ ਆਉਂਦੇ ਹਾਂ ਤਾਂ ਜਦੋਂ ਉਸਨੂੰ ਅਸੀਂ ਤੋੜ ਕੇ ਦੇਖਦੇ ਹਾਂ ਤਾਂ ਉਹਦੇ ਵਿੱਚ ਬਹੁਤ ਹੀ ਖਾਲੀ ਜਗ੍ਹਾਵਾਂ ਜਿੱਥੇ ਕਿ ਹਵਾ ਭਰੀ ਹੁੰਦੀ ਹੈ ਉਹ ਤੁਸੀਂ ਦੇਖ ਸਕਦੇ ਹੋ। ਇਹ ਸਾਰੀਆਂ ਜਗ੍ਹਾਵਾਂ ਜੋ ਹਨ ਉਹ ਖਮੀਰ ਦੇ ਸਾਹ ਲੈਣ ਕਰਕੇ ਬਣੀ ਛੱਡੀ ਹੋਈ ਕਾਰਬਨ ਡਾਈਆਕਸਾਈਡ ਕਰਕੇ ਹੀ ਬਣਦੀਆਂ ਹਨ। ਸੋ ਜੋ ਨਰਮ ਜੋ ਡਬਲ ਰੋਟੀ ਹੁੰਦੀ ਹੈ ਉਹ ਜੋ ਉਸਦੀ ਨਰਮਾਈ ਹੈ, ਜੋ ਉਸਦਾ ਸੌਫਟਨੈਸ ਹੈ, ਉਹ ਇਹ ਜੋ ਖਮੀਰ ਹੈ ਉਸ ਦੇ ਕਾਰਨ ਹੀ ਹੁੰਦੀ ਹੈ। ਸੋ ਲੈਸਨ ਦਾ ਅਗਲਾ ਭਾਗ ਜੀਵਾਣੂਆਂ ਦੇ ਵਪਾਰਕ ਲਾਭ। ਸੋ ਜੋ ਜੀਵਾਣੂ ਹਨ ਇਹ ਕਾਫੀ ਇੰਡਸਟਰੀਜ਼ ਵਿੱਚ ਵੀ ਯੂਜ਼ ਹੁੰਦੇ ਹਨ, ਇੰਡਸਟਰੀਜ਼ ਵਿੱਚ ਵੀ ਵਰਤੇ ਜਾਂਦੇ ਹਨ। ਸੋ ਇਹਨਾਂ ਦੇ ਵਪਾਰਕ ਲਾਭ ਕੀ ਹਨ? ਵੱਡੇ ਪੱਧਰ ਤੇ ਅਲਕੋਹਲ ਭਾਵ ਕਿ ਸ਼ਰਾਬ ਅਤੇ ਸਿਰਕਾ, ਜਿਸ ਨੂੰ ਕਿ ਆਪਾਂ ਇੰਗਲਿਸ਼ ਵਿੱਚ ਕੀ ਕਹਿੰਦੇ ਆ, ਐਸੀਟਿਕ ਐਸਿਡ ਬਣਾਉਣ ਲਈ ਜੀਵਾਣੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕੰਮ ਲਈ ਬਾਜਰੇ, ਕਣਕ, ਚਾਵਲ ਜਾਂ ਫਲ ਦੇ ਜੂਸ ਵਿਚਲੀ ਖੰਡ ਦੀ ਖਮੀਰਨ ਕਿਰਿਆ ਕੀਤੀ ਜਾਂਦੀ ਹੈ। ਜੋ ਇਹ ਖਮੀਰ ਹੁੰਦਾ ਹੈ ਉਹ ਕਿਸੇ ਵੀ ਪਦਾਰਥ ਦੇ ਅੰਦਰਲੀ ਖੰਡ ਨੂੰ ਖਾ ਕੇ ਜੋ ਹੈ ਅੱਗੇ ਵੱਧਦਾ ਹੈ, ਆਪਣੀ ਗਿਣਤੀ ਨੂੰ ਵਧਾਉਂਦਾ ਹੈ। ਇਸ ਸੰਬੰਧ ਵਿੱਚ ਕਿਰਿਆ ਤੁਸੀਂ ਦੇਖੋਗੇ, ਕਿਰਿਆ 2.4, 500 ਮਿਲੀਲੀਟਰ ਦੇ ਬੀਕਰ ਵਿੱਚ 3/4 ਹਿੱਸੇ ਤੱਕ ਪਾਣੀ ਪਾਓ। 2-3 ਚਮਚ ਚੀਨੀ ਦੇ ਘੋਲ ਲਓ। ਇਸ ਖੰਡ ਦੇ ਘੋਲ ਵਿੱਚ ਅੱਧਾ ਚਮਚ ਖਮੀਰ ਪਾਊਡਰ ਮਿਲਾਓ। ਕਿਸੇ ਨਿੱਘੇ ਸਥਾਨ ਤੇ ਇਸ ਬੀਕਰ ਨੂੰ 4-5 ਘੰਟੇ ਲਈ ਰੱਖ ਦਿਓ। ਹੁਣ ਇਸ ਘੋਲ ਨੂੰ ਸੁੰਘੋ। ਕੀ ਤੁਹਾਨੂੰ ਕੋਈ ਗੰਧ ਮਹਿਸੂਸ ਹੁੰਦੀ ਹੈ? ਇਹ ਅਲਕੋਹਲ ਦੀ ਗੰਧ ਹੈ, ਕਿਉਂਕਿ ਖਮੀਰ ਨੇ ਖੰਡ ਨੂੰ ਅਲਕੋਹਲ ਵਿੱਚ ਬਦਲ ਦਿੱਤਾ ਹੈ। ਖੰਡ ਦੇ ਅਲਕੋਹਲ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਖਮੀਰਨ ਕਿਰਿਆ ਭਾਵ ਕਿ ਫਰਮੈਂਟੇਸ਼ਨ ਆਖਦੇ ਹਨ।
ਸੋ ਇਹ ਕਿਰਿਆ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਪਾਣੀ ਵਿੱਚ ਮੌਜੂਦ ਖੰਡ ਨੂੰ ਖਮੀਰ ਨੇ ਅਲਕੋਹਲ ਵਿੱਚ ਬਦਲ ਦਿੱਤਾ ਹੈ। ਜੇ ਤੁਸੀਂ ਇਸ ਨੂੰ ਜੋ ਇਹ ਘੋਲ ਹੈ ਇਸ ਨੂੰ ਸੂੰਘ ਕੇ ਦੇਖੋਗੇ ਤਾਂ ਇਸ ਵਿੱਚੋਂ ਤੁਹਾਨੂੰ ਸ਼ਰਾਬ ਵਰਗੀ, ਅਲਕੋਹਲ ਵਰਗੀ ਜੋ ਹੈ ਸਮੈਲ, ਜੋ ਹੈ ਗੰਧ ਆਵੇਗੀ। ਸੋ ਫਰਮੈਂਟੇਸ਼ਨ ਜੋ ਪ੍ਰੋਸੈਸ ਇਸ ਵਿੱਚ ਅਸੀਂ ਪੜ੍ਹਿਆ ਹੈ, ਇਹ ਤੁਸੀਂ ਦੇਖੋਗੇ ਕਿ ਇਸ ਦੀ ਇਨਵੈਂਸ਼ਨ, ਇਸ ਦੀ ਖੋਜ ਕਿਸਨੇ ਕੀਤੀ ਸੀ? ਲੂਇਸ ਪਾਸਚਰ ਨੇ ਖਮੀਰ ਦੀ ਖੋਜ 1857 ਈਸਵੀ ਵਿੱਚ ਕੀਤੀ। ਉਸਨੇ ਇਹ ਸਬੂਤ ਪੇਸ਼ ਕੀਤਾ ਕਿ ਸਾਰੇ ਖਮੀਰਨ ਖਾਣੇ, ਭਾਵ ਕਿ ਕੇਕ, ਬ੍ਰੈਡ, ਪੇਸਟਰੀ, ਡਬਲ ਰੋਟੀ ਸੂਖਮ ਜੀਵਾਂ ਦੇ ਕਾਰਨ ਹੁੰਦੇ ਹਨ ਅਤੇ ਇਹ ਕਿ ਵਿਸ਼ੇਸ਼ ਸੂਖਮ ਜੀਵ ਖਾਸ ਕਿਸਮਾਂ ਦੇ ਫਰਮੈਂਟੇਸ਼ਨ ਦਾ ਕਾਰਨ ਬਣਦੇ ਹਨ। ਸੋ ਉਸਨੇ ਇਹ ਵੀ ਸਿੱਧ ਕੀਤਾ ਕਿ ਅਲੱਗ-ਅਲੱਗ ਤਰ੍ਹਾਂ ਦੇ ਫਰਮੈਂਟੇਸ਼ਨ ਵਾਸਤੇ ਜੋ ਅਲੱਗ-ਅਲੱਗ ਤਰ੍ਹਾਂ ਦੇ ਸੂਖਮ ਜੀਵ ਕਾਰਨ ਬਣਦੇ ਹਨ। ਫਰਮੈਂਟੇਸ਼ਨ ਦੇ ਤੇ ਕੰਮ ਕਰਦਿਆਂ ਪਾਸਚਰ ਨੇ ਇੱਕ ਪ੍ਰਕਿਰਿਆ ਤਿਆਰ ਕੀਤੀ ਜਿਸ ਨੂੰ ਹੁਣ ਪੈਸਚਰਾਈਜ਼ੇਸ਼ਨ ਕਿਹਾ ਜਾਂਦਾ ਹੈ। ਸੋ ਇਹ ਪੈਸਚਰਾਈਜ਼ੇਸ਼ਨ ਬਾਰੇ ਤੁਸੀਂ ਅੱਗੇ ਜਾ ਕੇ ਜਮਾਤਾਂ ਵਿੱਚ ਜਾਂ ਇਸੀ ਜਮਾਤ ਵਿੱਚ ਪੜ੍ਹੋਗੇ। ਸੋ ਇਹ ਜੋ ਲੂਈ ਪਾਸਚਰ ਹੈ ਉਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਬੱਚਿਓ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹਨ ਤੇ ਇਹਨਾਂ ਦੀਆਂ ਜੀਵਨੀਆਂ ਵੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹਨ, ਕਿਉਂਕਿ ਜੇ ਤੁਸੀਂ ਇਹਨਾਂ ਮਹਾਨ ਸਾਇੰਸਦਾਨਾਂ, ਖੋਜੀਆਂ, ਵਿਗਿਆਨੀਆਂ ਨੂੰ ਜਾਣੋਗੇ ਤਾਂ ਹੀ ਤੁਸੀਂ ਇਹਨਾਂ ਵਰਗੇ ਬਣ ਪਾਓਗੇ। ਸੋ ਇਹ ਜੋ ਭਾਗ ਹੈ ਇਸ ਲੈਸਨ ਦਾ, ਇਹ ਬਹੁਤ ਹੀ ਜ਼ਰੂਰੀ ਹੈ। ਇਹ ਹੋ ਸਕਦਾ ਕਿ ਤੁਹਾਡੇ ਪੇਪਰਾਂ ਵਿੱਚ ਕਿਸੇ ਪ੍ਰਸ਼ਨ ਦੇ ਰੂਪ ਵਿੱਚ ਤਾਂ ਨਾ ਆਵੇ, ਪਰੰਤੂ ਇਹ ਤੁਹਾਨੂੰ ਤੁਹਾਡੇ ਜੀਵਨ ਵਿੱਚ ਤਰੱਕੀ ਕਰਨ ਲਈ ਕਾਫੀ ਲਾਹੇਵੰਦ ਹੋਵੇਗਾ। ਸੋ ਇਹਨਾਂ ਬਾਰੇ ਤੁਸੀਂ ਪੜ੍ਹੋ ਤੇ ਇਹਨਾਂ ਬਾਰੇ ਤੁਸੀਂ ਹੋਰ ਜਾਣੋ। ਸੋ ਜੋ ਅਗਲਾ ਭਾਗ ਹੈ ਇਸ ਲੈਸਨ ਦਾ, ਦਵਾਈਆਂ ਬਣਾਉਣ ਵਿੱਚ ਜੀਵਾਣੂਆਂ ਦੀ ਵਰਤੋਂ। ਸੋ ਅਸੀਂ ਪੜ੍ਹਿਆ ਸੀ ਸ਼ੁਰੂ ਵਿੱਚ ਕਿ ਦਵਾਈਆਂ ਬਣਾਉਣ ਵਿੱਚ ਵੀ ਸੂਖਮ ਜੀਵਾਣੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਕਈ ਵਾਰ ਡਾਕਟਰ ਤੁਹਾਨੂੰ ਕੁਝ ਗੋਲੀਆਂ, ਕੈਪਸੂਲ ਜਾਂ ਟੀਕੇ ਦੇ ਰੂਪ ਵਿੱਚ ਪੈਨੀਸਿਲਿਨ ਆਦਿ ਪ੍ਰਤੀਜੈਵਿਕ ਨੂੰ ਇੰਗਲਿਸ਼ ਵਿੱਚ ਕਹਾਂਗੇ ਐਂਟੀਬਾਇਓਟਿਕ ਦਵਾਈਆਂ ਦਿੰਦੇ ਹਨ। ਤੁਸੀਂ ਕਈ ਵਾਰ ਸੁਣਿਆ ਵੀ ਹੋਵੇਗਾ ਆਪਣੇ ਪੇਰੈਂਟਸ ਨੂੰ, ਆਪਣੇ ਮਾਪਿਆਂ ਨੂੰ ਕਹਿੰਦੇ ਕਿ ਇਸ ਨੂੰ ਡਾਕਟਰ ਨੇ ਐਂਟੀਬਾਇਓਟਿਕ ਦਵਾਈ ਦਿੱਤੀ ਹੈ। ਸੋ ਜੋ ਐਂਟੀਬਾਇਓਟਿਕ ਹੁੰਦੀ ਹੈ ਉਹ ਪ੍ਰਤੀਜੈਵਿਕ, ਭਾਵ ਕਿ ਬਾਇਓਟਿਕ ਜੈਵਿਕ, ਐਂਟੀਬਾਇਓਟਿਕ ਪ੍ਰਤੀਜੈਵਿਕ ਦਵਾਈ ਹੁੰਦੀ ਹੈ ਜੋ ਕਿ ਜੀਵਾਣੂਆਂ ਰਾਹੀਂ ਤੁਹਾਨੂੰ ਠੀਕ ਕਰਦੀ ਹੈ। ਇਹਨਾਂ ਦਵਾਈਆਂ ਦੇ ਸਰੋਤ ਸੂਖਮ ਜੀਵ ਹੀ ਹਨ। ਇਹ ਦਵਾਈਆਂ ਬਿਮਾਰੀ ਦੇ ਕਾਰਨ ਬਣੇ ਸੂਖਮ ਜੀਵ ਨੂੰ ਜਾਂ ਤਾਂ ਮਾਰ ਦਿੰਦੀਆਂ ਹਨ ਜਾਂ ਫਿਰ ਉਹਨਾਂ ਦੀ ਵ੍ਰਿੱਧੀ ਤੋਂ ਭਾਵ ਵਾਧਾ ਨੂੰ ਰੋਕ ਦਿੰਦੀਆਂ ਹਨ। ਇਹਨਾਂ ਦਵਾਈਆਂ ਨੂੰ ਪ੍ਰਤੀਜੈਵਿਕ ਦਵਾਈਆਂ ਆਖਦੇ ਹਨ। ਅੱਜ ਕੱਲ੍ਹ ਬਹੁਤ ਸਾਰੀਆਂ ਪ੍ਰਤੀਜੈਵਿਕ ਦਵਾਈਆਂ ਜੀਵਾਣੂਆਂ ਅਤੇ ਉੱਲੀਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਸਟ੍ਰੈਪਟੋਮਾਈਸਿਨ, ਟੈਟਰਾਸਾਈਕਲਿਨ ਅਤੇ ਆਰਥੋਮਾਈਸਿਨ ਕੁਝ ਆਮ ਜਾਣੀਆਂ ਜਾਣ ਵਾਲੀਆਂ ਪ੍ਰਤੀਜੈਵਿਕ ਦਵਾਈਆਂ ਹਨ ਜਿਹੜੀਆਂ ਜੀਵਾਣੂਆਂ ਅਤੇ ਉੱਲੀਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਪ੍ਰਤੀਜੈਵਿਕ ਦਵਾਈਆਂ ਬਣਾਉਣ ਲਈ ਕੁਝ ਖਾਸ ਕਿਸਮ ਦੇ ਸੂਖਮ ਜੀਵਾਂ ਦਾ ਕਲਚਰ ਤਿਆਰ ਕੀਤਾ ਜਾਂਦਾ ਹੈ, ਭਾਵ ਕਿ ਉਹਨਾਂ ਨੂੰ ਲੈਬੋਰੇਟਰੀ ਵਿੱਚ ਉਹਨਾਂ ਦੀ ਗਿਣਤੀ ਵਧਾ ਕੇ ਉਹਨਾਂ ਦਾ ਕਲਚਰ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਇਹਨਾਂ ਦੀ ਵਰਤੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਸੋ ਜਿਵੇਂ ਕਿ ਤੁਸੀਂ ਦੇਖੋਗੇ ਕਿ ਜੋ ਬਿਮਾਰੀਆਂ ਹਨ ਉਹ ਸੂਖਮ ਜੀਵਾਂ ਕਾਰਨ ਹੁੰਦੀਆਂ ਹਨ ਤੇ ਇਨਸਾਨ ਨੇ ਸੂਖਮ ਜੀਵਾਂ ਰਾਹੀਂ ਹੀ ਸੂਖਮ ਜੀਵਾਂ ਨੂੰ ਕੰਟਰੋਲ ਕਰਨ ਦਾ, ਉਹਨਾਂ ਦਾ ਵਾਧਾ ਰੋਕਣ ਦਾ ਜੋ ਰਾਹ ਹੈ ਉਹ ਲੱਭ ਲਿਆ ਹੈ, ਜਿਨ੍ਹਾਂ ਨੂੰ ਕਿ ਐਂਟੀਬਾਇਓਟਿਕਸ ਕਿਹਾ ਜਾਂਦਾ ਹੈ। ਸੋ ਇਹ ਦੇਖੋਗੇ ਇੱਕ ਹੋਰ ਸਾਇੰਸਦਾਨ, ਇੱਕ ਹੋਰ ਵਿਗਿਆਨੀ ਤੁਹਾਡੇ ਲਈ, ਅਲੈਗਜ਼ੈਂਡਰ ਫਲੈਮਿੰਗ। ਇਹ ਬਹੁਤ ਹੀ ਮਸ਼ਹੂਰ ਵਿਗਿਆਨੀ ਹਨ। ਇਹਨਾਂ ਦਾ ਜੋ ਯੋਗਦਾਨ ਹੈ ਉਹ ਮਾਨਵ ਇਤਿਹਾਸ ਵਿੱਚ ਬਹੁਤ ਵੱਡਾ ਹੈ। ਕਿਉਂ ਹੈ ਤੁਸੀਂ ਪੜ੍ਹੋਗੇ ਇੱਥੇ। ਇੱਕ ਵਾਰ 1929 ਈਸਵੀ ਵਿੱਚ ਅਲੈਗਜ਼ੈਂਡਰ ਫਲੈਮਿੰਗ ਬਿਮਾਰੀਆਂ ਪੈਦਾ ਕਰਨ ਵਾਲੇ ਜੀਵਾਣੂਆਂ ਦਾ ਕਲਚਰ ਤਿਆਰ ਕਰ ਰਿਹਾ ਸੀ। ਅਚਾਨਕ ਉਸਨੇ ਆਪਣੀ ਇੱਕ ਕਲਚਰ ਪਲੇਟ ਵਿੱਚ ਛੋਟੇ-ਛੋਟੇ ਹਰੇ ਰੰਗ ਦੀ ਉੱਲੀ ਦੇ ਜੀਵਾਣੂ ਵੇਖੇ। ਉਸਨੇ ਨੋਟ ਕੀਤਾ ਕਿ ਇਹ ਜੋ ਉੱਲੀ ਜੀਵਾਣੂਆਂ ਦੇ ਵਾਧੇ ਨੂੰ ਰੋਕ ਰਹੀ ਸੀ। ਇੱਥੋਂ ਤੱਕ ਕਿ ਉੱਲੀ ਨੇ ਬਹੁਤ ਸਾਰੇ ਜੀਵਾਣੂ ਮਾਰ ਦਿੱਤੇ। ਇੱਥੋਂ ਹੀ ਪੈਨਿਸਿਲਿਨ ਦੀ ਖੋਜ ਹੋਈ। ਜੋ ਪੈਨਿਸਿਲਿਨ ਹੈ ਉਹ ਬੁਖਾਰ ਵਾਸਤੇ ਬਹੁਤ ਹੀ ਕਾਰਗਰ ਦਵਾਈ ਹੈ। ਸੋ ਤੁਸੀਂ ਜਾਣ ਸਕਦੇ ਹੋ ਕਿ ਬੁਖਾਰ ਹੈ ਜੋ ਬੜਾ ਹੀ ਆਮ ਰੋਗ ਹੈ, ਪਰੰਤੂ ਪੈਨਿਸਿਲਿਨ ਤੋਂ ਬਾਅਦ, ਪੈਨਿਸਿਲਿਨ ਤੋਂ ਪਹਿਲਾਂ ਬੁਖਾਰ ਬਹੁਤ ਹੀ ਜਾਨਲੇਵਾ ਹੋਇਆ ਕਰਦਾ ਸੀ, ਪਰੰਤੂ ਹੁਣ ਪੈਨਿਸਿਲਿਨ ਇਲਾਜ ਹੋਣ ਤੋਂ ਬਾਅਦ ਬੁਖਾਰ ਇੱਕ ਬਹੁਤ ਹੀ ਆਮ ਬਿਮਾਰੀ ਹੋ ਗਈ ਹੈ ਤੇ ਇਸ ਨਾਲ
ਮਨੁੱਖੀ ਜਾਨ ਨੂੰ ਕੋਈ ਜ਼ਿਆਦਾ ਖਤਰਾ ਨਹੀਂ ਹੁੰਦਾ। ਸੋ ਤੁਸੀਂ ਸੋਚ ਸਕਦੇ ਹੋ ਕਿ ਇਸ ਇੱਕ ਖੋਜ ਨਾਲ ਤੁਹਾਡੇ ਜੀਵਨ ਵਿੱਚ ਤੁਹਾਡੀ ਸਿਹਤ ਵਿੱਚ ਕਿੰਨਾ ਸੁਧਾਰ ਆਇਆ ਹੈ। ਸੋ ਇਸ ਕਰਕੇ ਹੀ ਅਲੈਗਜ਼ੈਂਡਰ ਫਲੈਮਿੰਗ ਦਾ ਯੋਗਦਾਨ ਸਾਡੇ ਜੀਵਨ ਵਿੱਚ ਬਹੁਤ ਹੀ ਵੱਡਾ ਹੈ। ਸੋ ਇਹ ਇੱਕ ਗੱਲ ਤੁਹਾਨੂੰ ਮੈਂ ਫਿਰ ਦੁਬਾਰਾ ਯਾਦ ਕਰਵਾਵਾਂਗਾ ਕਿ ਇਹ ਵਿਗਿਆਨੀਆਂ ਬਾਰੇ ਤੁਸੀਂ ਜ਼ਰੂਰ ਪੜ੍ਹੋ ਤਾਂ ਜੋ ਤੁਸੀਂ ਇਹਨਾਂ ਨੂੰ ਆਪਣਾ ਆਈਡਲ ਬਣਾ ਕੇ ਇਹਨਾਂ ਦੇ ਰਾਹਾਂ ਤੇ ਚੱਲ ਸਕੋ। ਆਓ ਬੱਚਿਓ, ਲੈਸਨ ਦਾ ਅਗਲਾ ਭਾਗ ਦੇਖੋ। ਪਸ਼ੂ ਆਹਾਰ ਭਾਵ ਕਿ ਪਸ਼ੂਆਂ ਦੇ ਖਾਣ ਦੀਆਂ ਚੀਜ਼ਾਂ, ਭਾਵ ਕਿ ਪਸ਼ੂਆਂ ਦੇ ਖਾਦ ਪਦਾਰਥ। ਪਸ਼ੂ ਆਹਾਰ ਅਤੇ ਮੁਰਗਾ ਆਹਾਰ। ਮੁਰਗਾ ਆਹਾਰ ਕੀ ਹੈ? ਫੀਡ, ਜੋ ਕਿ ਮੁਰਗੇ ਖਾਂਦੇ ਹਨ। ਵਿੱਚ ਵੀ ਪ੍ਰਤੀਜੈਵਿਕ ਮਿਲਾਏ ਜਾਂਦੇ ਹਨ। ਕਿਉਂ ਮਿਲਾਏ ਜਾਂਦੇ ਹਨ? ਜਿਸ ਦਾ ਉਪਯੋਗ ਪਸ਼ੂਆਂ ਵਿੱਚ ਸੂਖਮ ਜੀਵਾਂ ਦਾ ਸੰਚਾਰ ਰੋਕਣਾ ਹੈ। ਇਸਦਾ ਜੋ ਉਪਯੋਗ ਕੀ ਹੈ ਕਿ ਪਸ਼ੂਆਂ ਵਿੱਚ ਸੂਖਮ ਜੀਵਾਂ ਦਾ ਸੰਚਾਰ ਭਾਵ ਕਿ ਉਹਨਾਂ ਦਾ ਵਾਧਾ ਉਸਨੂੰ ਰੋਕਣਾ ਹੈ। ਪ੍ਰਤੀਜੈਵਿਕ ਉਪਯੋਗ ਕੁਝ ਪੌਦਿਆਂ ਦੇ ਰੋਗ ਨਿਯੰਤਰਣ ਲਈ ਵੀ ਕੀਤਾ ਜਾਂਦਾ ਹੈ। ਜੋ ਪ੍ਰਤੀਜੈਵਿਕ ਹਨ ਉਹ ਪੌਦਿਆਂ ਵਿੱਚ ਕੁਝ ਬਿਮਾਰੀਆਂ ਜਾਂ ਕੁਝ ਰੋਗਾਂ ਦੀ ਰੋਕਥਾਮ ਵਾਸਤੇ ਵੀ, ਨਿਯੰਤਰਣ ਵਾਸਤੇ ਵੀ ਕੀਤਾ ਜਾਂਦਾ ਹੈ। ਇਹ ਤੁਸੀਂ ਕੁਝ ਤਸਵੀਰਾਂ ਤੁਹਾਡੇ ਵਾਸਤੇ ਲਗਾਈਆਂ ਗਈਆਂ ਹਨ। ਇੱਕ ਡੇਅਰੀ ਫਾਰਮ ਹੈ ਜਿੱਥੇ ਕਿ ਪਸ਼ੂ ਆਪਣਾ ਆਹਾਰ ਖਾ ਰਹੇ ਹਨ। ਇਹ ਸਿਰਫ ਤਾਂ ਲਗਾਈਆਂ ਗਈਆਂ ਹਨ ਕਿ ਇਹ ਪਸ਼ੂ ਆਹਾਰ ਅਤੇ ਮੁਰਗਾ ਆਹਾਰ, ਇਹ ਜੋ ਸ਼ਬਦ ਹਨ ਤੁਹਾਡੇ ਵਾਸਤੇ ਨਵੇਂ ਹਨ। ਇਹ ਸਿਰਫ ਤੇ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਦੋ ਤਸਵੀਰਾਂ ਲਗਾਈਆਂ ਗਈਆਂ ਹਨ। ਇਹ ਆਹਾਰ ਜੋ ਮੁਰਗੀਆਂ ਖਾਂਦੀਆਂ ਹਨ ਉਸ ਨੂੰ ਮੁਰਗਾ ਆਹਾਰ ਜਾਂ ਕਿ ਉਹਨੂੰ ਫੀਡ ਕਿਹਾ ਜਾਂਦਾ ਹੈ। ਇਸ ਦੇ ਅਤੇ ਨਾਲ ਹੀ ਜੋ ਆਹਾਰ ਡੰਗਰ ਪਸ਼ੂ ਖਾਂਦੇ ਹਨ ਉਹਨਾਂ ਨੂੰ ਪਸ਼ੂ ਆਹਾਰ ਕਿਹਾ ਜਾਂਦਾ ਹੈ। ਸੋ ਆਓ ਬੱਚਿਓ, ਇਸ ਦੇ ਨਾਲ ਹੀ ਅੱਗੇ ਵਧਦੇ ਹਾਂ। ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਪ੍ਰਤੀਜੈਵਿਕ ਦਵਾਈਆਂ ਦੀ ਵਰਤੋਂ ਕਿਸੇ ਮਾਹਰ ਡਾਕਟਰ ਦੀ ਸਲਾਹ ਦੇ ਨਾਲ ਹੀ ਕਰਨੀ ਚਾਹੀਦੀ ਹੈ। ਕਿਉਂ? ਤੁਹਾਨੂੰ ਡਾਕਟਰ ਦੁਆਰਾ ਦਿੱਤੀ ਸਲਾਹ ਅਨੁਸਾਰ ਦਵਾਈ ਦਾ ਪੂਰਾ ਕੋਰਸ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਪ੍ਰਤੀਜੈਵਿਕ ਦਵਾਈਆਂ ਦੀ ਵਰਤੋਂ ਬਿਨਾਂ ਲੋੜ ਤੋਂ ਗਲਤ ਮਾਤਰਾ ਵਿੱਚ ਕਰਦੇ ਹੋ ਤਾਂ ਫਿਰ ਇਹਨਾਂ ਦਵਾਈਆਂ ਦਾ ਤੁਹਾਡੇ ਸਰੀਰ ਦੇ ਭਵਿੱਖ ਤੇ ਬੁਰਾ ਅਸਰ ਹੋਵੇਗਾ। ਸੋ ਇਹਨਾਂ ਦੇ ਜੋ ਐਂਟੀਬਾਇਓਟਿਕਸ ਦਵਾਈਆਂ ਹੁੰਦੀਆਂ ਹਨ ਇਹਨਾਂ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਜੇ ਤੁਸੀਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਅਤੇ ਕਿਸੇ ਵੀ ਮਾਤਰਾ ਵਿੱਚ ਇਸ ਨੂੰ ਲਓਗੇ ਤਾਂ ਹੋ ਸਕਦਾ ਹੈ ਅੱਗੇ ਚੱਲ ਕੇ ਤੁਹਾਡੇ ਜੀਵਨ ਵਿੱਚ ਇਸ ਦੇ ਸਾਈਡ ਇਫੈਕਟਸ ਭਾਵ ਕਿ ਮਾੜੇ ਅਸਰ ਤੁਹਾਡੇ ਸਰੀਰ ਤੇ ਹੋਣ। ਵੈਸੇ ਵੀ ਪ੍ਰਤੀਜੈਵਿਕ ਦਵਾਈਆਂ ਦੀ ਵਰਤੋਂ ਜੇਕਰ ਲੋੜ ਤੋਂ ਵੱਧ ਕੀਤੀ ਜਾਵੇ ਤਾਂ ਇਹ ਸਰੀਰ ਵਿਚਲੇ ਲਾਭਦਾਇਕ ਜੀਵਾਣੂਆਂ ਨੂੰ ਵੀ ਮਾਰ ਸਕਦੀਆਂ ਹਨ। ਸੋ ਸਰੀਰ ਦੇ ਅੰਦਰ ਕੁਝ ਐਸੇ ਜੀਵਾਣੂ ਵੀ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਲਾਭਕਾਰੀ ਹੁੰਦੇ ਹਨ। ਲੋੜ ਤੋਂ ਵੱਧ ਐਂਟੀਬਾਇਓਟਿਕਸ ਦਾ ਸੇਵਨ ਕੀ ਕਰਦਾ ਹੈ ਕਿ ਉਹ ਮਾੜੇ ਜੀਵਾਣੂ ਤਾਂ ਮਾਰਦਾ ਹੀ ਹੈ, ਇਹਦੇ ਨਾਲ ਹੀ ਜੋ ਚੰਗੇ ਜੀਵਾਣੂ, ਜੋ ਲਾਭਦਾਇਕ ਜੀਵਾਣੂ ਹਨ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਹੈ, ਜਿਸ ਦਾ ਕਿ ਸਾਡੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਪ੍ਰਤੀਜੈਵਿਕ ਦਵਾਈਆਂ ਜ਼ੁਕਾਮ ਜਾਂ ਫਲੂ ਆਦਿ ਲਈ ਪੂਰੀ ਪ੍ਰਭਾਵਸ਼ਾਲੀ ਨਹੀਂ ਹੁੰਦੀਆਂ। ਕਿਉਂ ਨਹੀਂ ਹੁੰਦੀਆਂ? ਕਿਉਂਕਿ ਜੋ ਜ਼ੁਕਾਮ ਤੇ ਫਲੂ ਹੈ ਉਹ ਜੀਵਾਣੂਆਂ ਦੁਆਰਾ ਨਹੀਂ ਬਲਕਿ ਵਿਸ਼ਾਣੂਆਂ ਭਾਵ ਕਿ ਵਾਇਰਸ ਦੇ ਦੁਆਰਾ ਹੋਣ ਵਾਲੇ ਰੋਗ ਹਨ। ਸੋ ਜੋ ਇਹ ਐਂਟੀਬਾਇਓਟਿਕਸ ਨੇ, ਪ੍ਰਤੀਜੈਵਿਕ ਦਵਾਈਆਂ ਨੇ, ਇਹ ਉਹਨਾਂ ਹੀ ਰੋਗਾਂ ਦੇ ਕਾਰਗਰ ਹੁੰਦੀਆਂ ਹਨ ਜਿਹੜੀਆਂ ਕਿ ਜੀਵਾਣੂਆਂ ਰਾਹੀਂ ਭਾਵ ਕਿ ਬੈਕਟੀਰੀਆ ਰਾਹੀਂ ਹੁੰਦੇ ਹਨ। ਜੋ ਜਿਵੇਂ ਕਿ ਜ਼ੁਕਾਮ ਤੇ ਫਲੂ ਜੋ ਕਿ ਵਾਇਰਲ ਹੈ, ਜੋ ਕਿ ਵਾਇਰਸ ਨਾਲ ਹੁੰਦਾ ਹੈ, ਜੋ ਕਿ ਵਿਸ਼ਾਣੂਆਂ ਨਾਲ ਹੁੰਦਾ ਹੈ, ਇਸ ਤੇ ਇਹ ਕਾਰਗਰ ਨਹੀਂ ਹੁੰਦੀਆਂ। ਸੋ ਆਓ ਬੱਚਿਓ, ਇਸ ਦੇ ਨਾਲ ਹੀ ਅੱਗੇ ਵਧਦੇ ਹਾਂ। ਵੈਕਸੀਨੇਸ਼ਨ ਬੜਾ ਆਮ ਜਿਹਾ ਵਰਡ ਹੈ, ਤੁਸੀਂ ਸੁਣਿਆ ਹੋਵੇਗਾ ਕਿਉਂਕਿ ਵੈਕਸੀਨੇਸ਼ਨ ਤੁਹਾਡੀ ਕੀਤੀ ਵੀ ਗਈ ਹੋਏਗੀ। ਟੀਕਾਕਰਨ ਭਾਵ ਕਿ ਵੈਕਸੀਨੇਸ਼ਨ। ਨਵ ਜੰਮੇ ਬੱਚਿਆਂ ਨੂੰ ਟੀਕੇ ਕਿਉਂ ਲਗਾਏ ਜਾਂਦੇ ਹਨ? ਜਦੋਂ ਕੋਈ ਬਿਮਾਰੀ ਫੈਲਾਉਣ ਵਾਲਾ ਜੀਵਾਣੂ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਸਾਡਾ ਸਰੀਰ ਉਹ ਹਮਲਾਵਰ ਦਾ ਮੁਕਾਬਲਾ ਕਰਨ ਲਈ ਐਂਟੀਬਾਡੀਜ਼ ਪੈਦਾ ਕਰਦਾ ਹੈ, ਭਾਵ ਕਿ ਉਸ ਨੂੰ ਰੋਕਣ ਵਾਸਤੇ ਸਰੀਰ ਵਿੱਚ ਕੁਝ ਤੱਤ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਕਿ ਐਂਟੀਬਾਡੀਜ਼ ਕਿਹਾ ਜਾਂਦਾ ਹੈ। ਸਾਡਾ ਸਰੀਰ ਇਹ ਵੀ ਯਾਦ ਰੱਖਦਾ ਹੈ ਕਿ ਜੇਕਰ ਦੁਬਾਰਾ ਜੀਵਾਣੂ ਸਰੀਰ ਵਿੱਚ ਦਾਖਲ ਹੋ ਜਾਵੇ ਤਾਂ ਉਸ ਨਾਲ ਕਿਵੇਂ ਲੜਨਾ ਹੈ। ਇਸ ਲਈ ਜਦੋਂ ਵੀ ਕੋਈ ਕਮਜ਼ੋਰ ਜਾਂ ਮਰੇ ਹੋਏ ਜੀਵਾਣੂ ਤੰਦਰੁਸਤ ਸਰੀਰ ਵਿੱਚ ਦਾਖਲ ਕਰਾਏ ਜਾਂਦੇ ਹਨ ਤਾਂ ਸਰੀਰ ਉਹਨਾਂ ਦੇ ਅਨੁਸਾਰ ਐਂਟੀਬਾਡੀਜ਼ ਤਿਆਰ ਕਰਕੇ ਉਹਨਾਂ ਨਾਲ ਲੜਦਾ ਹੈ ਅਤੇ ਮਾਰ ਦਿੰਦਾ ਹੈ। ਸੋ ਜੋ ਇਹ ਬਾਡੀ ਦਾ ਮੈਕੈਨਿਜ਼ਮ ਹੈ, ਇੱਕ ਬਾਡੀ ਦਾ ਤੰਤਰ ਹੈ ਕਿ ਜਦੋਂ ਵੀ ਕੋਈ ਮਾਈਕਰੋ ਆਰਗੇਨਿਜ਼ਮ, ਕੋਈ ਜੋ ਹਾਨੀਕਾਰਕ ਜੀਵਾਣੂ ਤੁਹਾਡੀ ਬਾਡੀ ਵਿੱਚ ਐਂਟਰ ਕਰਦਾ ਹੈ, ਤੁਹਾਡੀ ਬਾਡੀ ਵਿੱਚ ਦਾਖਲ ਹੁੰਦਾ ਹੈ, ਤੁਹਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਕੁਦਰਤੀ ਤੌਰ ਤੇ ਸਰੀਰ ਜੋ ਹੈ ਉਸ ਨਾਲ ਲੜਨ ਲਈ ਐਂਟੀਬਾਡੀਜ਼ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ ਜਾਂ ਤਾਂ ਮਾਰ ਦਿੰਦਾ ਹੈ ਜਾਂ ਫਿਰ ਉਸ ਨੂੰ
ਉਸ ਦੀ ਗਿਣਤੀ ਵਿੱਚ ਵਾਧਾ ਜੋ ਹੈ ਉਸ ਨੂੰ ਰੋਕ ਦਿੰਦਾ ਹੈ ਅਤੇ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਲਾਭਦਾਇਕ ਹੁੰਦਾ ਹੈ। ਸੋ ਇਹ ਬਾਡੀ ਦਾ ਆਪਣਾ ਇੱਕ ਮੈਕੈਨਿਜ਼ਮ ਹੈ, ਆਪਣਾ ਇੱਕ ਤਰੀਕਾ ਹੈ ਤੁਹਾਨੂੰ ਵਿਸ਼ਾਣੂਆਂ ਤੋਂ, ਜੀਵਾਣੂਆਂ ਤੋਂ ਬਚਾਉਣ ਦਾ। ਉਹ ਜੀਵਾਣੂ ਜੋ ਕਿ ਤੁਹਾਡੇ ਵਾਸਤੇ, ਤੁਹਾਡੀ ਸਿਹਤ ਵਾਸਤੇ ਬੁਰੇ ਹਨ। ਇਹ ਐਂਟੀਬਾਡੀਜ਼ ਸਾਡੇ ਸਰੀਰ ਅੰਦਰ ਹੀ ਰਹਿੰਦੇ ਹਨ ਅਤੇ ਅਸੀਂ ਬਿਮਾਰੀ ਫੈਲਾਉਣ ਵਾਲੇ ਜੀਵਾਣੂਆਂ ਤੋਂ ਬਚੇ ਰਹਿੰਦੇ ਹਾਂ। ਇਹ ਟੀਕਾ ਜਾਂ ਕਿ ਵੈਕਸੀਨ ਵੀ ਇਸ ਤਰ੍ਹਾਂ ਹੀ ਕੰਮ ਕਰਦਾ ਹੈ। ਸੋ ਜੋ ਇੱਕ ਤਾਂ ਨੈਚੁਰਲ ਜੋ ਬਾਡੀ ਦਾ ਕੁਦਰਤੀ ਤਰੀਕਾ ਹੈ ਐਂਟੀਬਾਡੀਜ਼ ਬਣਾਉਣ ਦਾ, ਪਰੰਤੂ ਉਸ 'ਚ ਹੋਰ ਵਾਧਾ ਕਰਨ ਵਾਸਤੇ, ਉਸ ਨੂੰ ਹੋਰ ਅੱਛਾ ਕਰਨ ਵਾਸਤੇ ਸਾਨੂੰ ਵੈਕਸੀਨ ਦਿੱਤੀ ਜਾਂਦੀ ਹੈ ਛੋਟੀ ਉਮਰ ਵਿੱਚ, ਤਾਂ ਕਿ ਜੋ ਸਰੀਰ ਦੀ ਐਂਟੀਬਾਡੀਜ਼ ਬਣਾਉਣ ਦੀ क्षमता ਹੈ, ਉਸ ਦੀ ਕੈਪੇਬਿਲਿਟੀ ਹੈ, ਉਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਤੁਹਾਡੀ ਸਿਹਤ ਜੋ ਹੈ ਇਹਨਾਂ ਜੀਵਾਣੂਆਂ ਅਤੇ ਇਹਨਾਂ ਰੋਗਾਂ ਤੋਂ ਬਚੀ ਰਹਿ ਸਕੇ। ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਹੈਜ਼ਾ, ਟੀਬੀ ਜਿਸ ਨੂੰ ਕਿ ਤਪਤੀ ਕਰਦੇ ਹਾਂ, ਟਿਊਬਰਕਲੋਸਿਸ, ਚੇਚਕ ਅਤੇ ਹੈਪੇਟਾਈਟਿਸ ਆਦਿ ਬਿਮਾਰੀਆਂ ਦੀ ਰੋਕਥਾਮ ਟੀਕਿਆਂ ਦੁਆਰਾ ਕੀਤੀ ਜਾ ਸਕਦੀ ਹੈ। ਸੋ ਤੁਸੀਂ ਜੇ ਆਪਣੇ ਮਾਤਾ ਪਿਤਾ ਨੂੰ ਪੁੱਛੋ ਕਿ ਤੁਹਾਨੂੰ ਕਿਹੜੇ-ਕਿਹੜੇ ਟੀਕੇ ਲਵਾਏ ਗਏ ਸੀ, ਤੁਹਾਡਾ ਟੀਕਾਕਰਨ ਕੀਤਾ ਗਿਆ ਸੀ, ਤੁਹਾਨੂੰ ਵੈਕਸੀਨੇਸ਼ਨ ਕਿਹੜੇ-ਕਿਹੜੇ ਬਿਮਾਰੀਆਂ ਤੋਂ ਦਿੱਤੀ ਗਈ ਸੀ, ਤਾਂ ਤੁਸੀਂ ਜਾਣ ਸਕੋਗੇ ਕਿ ਇਹ ਸਾਰੀਆਂ ਜੋ ਬਿਮਾਰੀਆਂ ਨੀਚੇ ਦਿੱਤੀਆਂ ਗਈਆਂ ਹਨ, ਇਹਨਾਂ ਦੇ ਟੀਕੇ ਤੁਹਾਨੂੰ ਪਹਿਲਾਂ ਹੀ ਲੱਗ ਚੁੱਕੇ ਹਨ। ਇਸੀ ਕਾਰਨ ਇਹ ਬਿਮਾਰੀਆਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੁੰਦਾ। ਸੋ ਇਹ ਜੋ ਐਡਵਰਡ ਜੈਨਰ, ਇਹ ਵੈਕਸੀਨੇਸ਼ਨ ਦੇ ਜਨਮਦਾਤਾ, एक ਹੋਰ ਬਹੁਤ ਹੀ ਮਸ਼ਹੂਰ ਸਾਇੰਸਦਾਨ, ਬਹੁਤ ਹੀ ਮਸ਼ਹੂਰ ਵਿਗਿਆਨੀ, ਇਹਨਾਂ ਬਾਰੇ ਕੁਝ ਪੜਾਂਗੇ ਅਸੀਂ। ਐਡਵਰਡ ਜੈਨਰ ਨੇ 1798 ਈਸਵੀ ਵਿੱਚ ਚੇਚਕ, ਸੋ ਇਹ ਬੱਚਿਓ ਚੇਚਕ ਜੋ ਸੀ 1798 ਤੋਂ ਪਹਿਲਾਂ ਇੱਕ ਬਹੁਤ ਹੀ ਵੱਡੀ ਮਹਾਮਾਰੀ ਸੀ ਤੇ ਇਹ ਜਦੋਂ ਫੈਲਦੀ ਸੀ ਤਾਂ ਹਜ਼ਾਰਾਂ ਲੱਖਾਂ ਕਰੋੜਾਂ ਜਾਨਾਂ ਲੈ ਲੈਂਦੀ ਸੀ। ਪਰੰਤੂ ਐਡਵਰਡ ਜੈਨਰ ਦੀ ਇੱਕ ਖੋਜ ਨੇ ਇਹ ਸਭ ਕੁਝ ਬਦਲ ਕੇ ਰੱਖ ਦਿੱਤਾ ਤੇ ਅੱਜ ਜੋ ਚੇਚਕ ਹੈ ਉਹ ਲਗਭਗ ਸਾਰੀ ਦੁਨੀਆ ਵਿੱਚੋਂ ਖਤਮ ਕੀਤੀ ਜਾ ਚੁੱਕੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਐਡਵਰਡ ਜੈਨਰ ਦਾ ਸਾਡੇ ਮਾਨਵ ਇਤਿਹਾਸ ਤੇ ਅਤੇ ਸਾਡੇ ਜ਼ਿੰਦਗੀ ਤੇ ਕਿੰਨਾ ਡੂੰਘਾ ਅਸਰ ਹੈ। ਸੋ ਇਹਨਾਂ ਬਾਰੇ ਅਸੀਂ ਪੜ੍ਹਦੇ ਹਾਂ। ਐਡਵਰਡ ਜੈਨਰ ਨੇ 1798 ਈਸਵੀ ਵਿੱਚ ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ ਕੀਤੀ। ਸੋ ਇਹਨਾਂ ਦੀ ਜੋ ਚੇਚਕ ਦੀ ਜੋ ਸਮਾਲ ਪੌਕਸ ਜਾਂ ਚਿਕਨ ਪੌਕਸ ਦੀ ਜੋ ਵੈਕਸੀਨੇਸ਼ਨ ਸੀ ਉਹ 1798 ਵਿੱਚ ਐਡਵਰਡ ਜੈਨਰ ਨੇ ਤਿਆਰ ਕੀਤੀ। ਐਡਵਰਡ ਜੈਨਰ ਇੱਕ ਅੰਗਰੇਜ਼ੀ ਡਾਕਟਰ ਸੀ, ਭਾਵ ਕਿ ਉਹ ਇੰਗਲਿਸ਼, ਭਾਵ ਕਿ ਉਹ ਬ੍ਰਿਟੇਨ ਦਾ ਰਹਿਣ ਵਾਲਾ ਸੀ। ਟੀਕਾਕਰਨ ਜੈਨਰ ਦੁਆਰਾ ਹਰਮਨ ਪਿਆਰਾ ਕੀਤਾ ਗਿਆ ਸੀ ਅਤੇ ਉਦੋਂ ਤੋਂ ਕਈ ਰੋਗਾਂ ਨੂੰ ਰੋਕਣ ਲਈ ਸਰਵਵਿਆਪੀ ਵਰਤੋਂ ਕੀਤੀ ਜਾ ਰਹੀ ਹੈ। ਸੋ ਉਸਨੇ ਖੋਜ ਤਾਂ ਕੀਤੀ ਹੀ ਸੀ, ਨਾਲ ਹੀ ਟੀਕਾਕਰਨ ਨੂੰ ਪ੍ਰਚਲਿਤ ਹਰਮਨ ਪਿਆਰਾ ਕਰਨ ਵਾਸਤੇ ਵੀ ਕਾਫੀ ਕੰਮ ਕੀਤਾ ਤੇ ਉਦੋਂ ਤੋਂ ਹੀ ਬਹੁਤ ਵੱਡੇ ਪੱਧਰ ਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਜੋ ਉਹ ਆਉਣ ਵਾਲੀ ਜ਼ਿੰਦਗੀ ਵਿੱਚ ਬਿਮਾਰੀਆਂ ਤੋਂ ਬਚੇ ਰਹਿਣ। ਸੋ ਇਸ ਜੋ ਲੈਸਨ ਦਾ ਅਗਲਾ ਭਾਗ, ਬਚਪਨ ਵਿੱਚ ਤੁਹਾਨੂੰ ਵੀ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਣ ਲਈ ਟੀਕੇ ਲਗਵਾਏ ਗਏ ਹੋਣਗੇ। ਕੀ ਤੁਸੀਂ ਇਹਨਾਂ ਬਿਮਾਰੀਆਂ ਦੀ ਸੂਚੀ ਤਿਆਰ ਕਰ ਸਕਦੇ ਹੋ? ਇੱਕ ਐਕਸਰਸਾਈਜ਼ ਹੈ ਛੋਟੀ ਜੀ ਤੁਹਾਡੇ ਵਾਸਤੇ। ਤੁਸੀਂ ਆਪਣੇ ਮਾਪਿਆਂ ਤੋਂ ਵੀ ਮਦਦ ਲੈ ਸਕਦੇ ਹੋ। ਬੱਚਿਆਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ। ਜ਼ਰੂਰੀ ਟੀਕੇ ਨੇੜੇ ਹਸਪਤਾਲਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਤੁਸੀਂ ਪਲਸ ਪੋਲੀਓ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਬਚਾਉਣ ਲਈ ਟੀਵੀ ਜਾਂ ਅਖਬਾਰਾਂ ਵਿੱਚ ਇਸ਼ਤਿਹਾਰ ਵੇਖੇ ਹੋਣਗੇ। ਸੋ ਇਹ ਬੜਾ ਹੀ ਕਾਮਨ ਕੈਂਪੇਨ ਹੈ। ਅਖਬਾਰਾਂ ਅਤੇ ਟੀਵੀ ਵਿੱਚ ਇਹਦੇ ਬਾਰੇ ਮਸ਼ਹੂਰੀਆਂ ਬਹੁਤ ਹੀ ਵੱਡੇ ਵੱਡੇ ਕਲਾਕਾਰ ਕਰਦੇ ਹਨ। ਪਲਸ ਪੋਲੀਓ, ਠੀਕ ਹੈ। ਸੋ ਜੋ ਪੋਲੀਓ ਹੈ ਉਹ ਵੀ ਬੜੀ ਖਤਰਨਾਕ ਬਿਮਾਰੀ ਹੈ ਜਿਸ ਦਾ ਕਿ ਟੀਕਾਕਰਨ ਰਾਹੀਂ ਰੋਕਥਾਮ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਪੋਲੀਓ ਬੂੰਦਾਂ ਅਸਲ ਵਿੱਚ ਟੀਕਾ, ਭਾਵ ਕਿ ਵੈਕਸੀਨ ਹੀ ਹਨ। ਚੇਚਕ ਵਿਰੁੱਧ ਚਲਾਈ ਗਈ ਵਿਸ਼ਵ ਪੱਧਰੀ ਮੁਹਿੰਮ ਨੇ ਲਗਭਗ ਸਾਰੇ ਹੀ ਦੇਸ਼ਾਂ ਵਿੱਚੋਂ ਚੇਚਕ ਦਾ ਅੰਤ ਕਰ ਦਿੱਤਾ ਹੈ। ਸੋ ਜੋ ਕਿਸੇ ਸਮੇਂ ਦੀ ਬਹੁਤ ਹੀ ਜਾਨਲੇਵਾ ਬਿਮਾਰੀ ਸੀ, ਉਹ ਟੀਕਾ ਭਾਵ ਕਿ ਵੈਕਸੀਨੇਸ਼ਨ ਕਰਕੇ ਅੱਜ ਪੂਰੇ ਦੇਸ਼ਾਂ ਵਿੱਚੋਂ, ਪੂਰੇ ਮੁਲਕਾਂ ਵਿੱਚੋਂ, ਪੂਰੇ ਸੰਸਾਰ ਵਿੱਚੋਂ ਉਸ ਦਾ ਖਾਤਮਾ, ਉਸ ਦਾ ਅੰਤ ਹੋ ਚੁੱਕਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਐਡਵਰਡ ਜੈਨਰ ਦਾ ਜੋ ਯੋਗਦਾਨ ਹੈ ਉਹ ਕਿੰਨਾ ਹੀ ਵਡਮੁੱਲਾ ਹੈ। ਅੱਜ ਕੱਲ੍ਹ ਸੂਖਮ ਜੀਵਾਂ ਤੋਂ ਬਹੁਤ ਵੱਡੇ ਪੱਧਰ ਤੇ ਟੀਕੇ ਤਿਆਰ ਕੀਤੇ ਜਾ ਰਹੇ ਹਨ ਤਾਂ ਕਿ ਮਨੁੱਖਾਂ ਅਤੇ ਪਸ਼ੂਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸੋ ਅੱਜ ਕੱਲ੍ਹ ਜੋ ਹੈ ਇਹ ਜੋ ਵੈਕਸੀਨੇਸ਼ਨ ਹੈ ਉਹ ਸੂਖਮ ਜੀਵਾਂ ਤੋਂ ਬਹੁਤ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਮਨੁੱਖ ਅਤੇ ਪਸ਼ੂਆਂ ਦੀ ਸਿਹਤ ਜੋ ਹੈ ਉਸ ਦੀ ਦੇਖਭਾਲ ਕੀਤੀ ਜਾ ਸਕੇ। ਸੋ ਆਓ ਬੱਚਿਓ ਅੱਗੇ ਜੋ ਲੈਸਨ ਦਾ ਅਗਲਾ ਭਾਗ, ਇਹ ਜੋ ਅਗਲਾ ਭਾਗ ਹੈ
ਇਹ ਵਾਤਾਵਰਣ ਨਾਲ ਸੰਬੰਧਿਤ ਹੈ ਕਿ ਬੈਕਟੀਰੀਆਜ਼ ਜੀਵਾਣੂਆਂ ਦਾ ਸਾਡੇ ਧਰਤੀ, ਮਿੱਟੀ, ਹਵਾ, ਇਹ ਵਾਤਾਵਰਣ ਤੇ ਕੀ ਅਸਰ ਹੁੰਦਾ ਹੈ। ਕੁਝ ਜੀਵਾਣੂ ਅਤੇ ਨੀਲੀ ਹਰੀਕਾਈ ਵਾਯੂਮੰਡਲ ਵਿਚਲੀ ਮੁਕਤ ਨਾਈਟ੍ਰੋਜਨ ਦਾ ਸਥਿਰੀਕਰਨ ਭਾਵ ਕਿ ਫਿਕਸੇਸ਼ਨ ਕਰਕੇ ਮਿੱਟੀ ਨੂੰ ਨਾਈਟ੍ਰੋਜਨ ਭਰਪੂਰ ਕਰਦੇ ਹਨ ਅਤੇ ਉਸ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਇਸ ਬਾਰੇ ਤੁਸੀਂ ਪਹਿਲੀਆਂ ਜਮਾਤਾਂ ਵਿੱਚ ਕਈ ਵਾਰ ਪੜ੍ਹਿਆ ਹੈ, ਨਾਈਟ੍ਰੋਜਨ ਫਿਕਸੇਸ਼ਨ। ਸੋ ਇਹ ਵੀ ਜੋ ਹੈ ਕੰਮ ਜੀਵਾਣੂਆਂ ਦੁਆਰਾ ਕੀਤਾ ਜਾਂਦਾ ਹੈ ਜੋ ਕਿ ਪੌਦਿਆਂ ਦੀਆਂ ਜੜ੍ਹਾਂ ਵਿੱਚ ਪਾਏ ਜਾਂਦੇ ਹਨ। ਇਹਨਾਂ ਜੀਵਾਣੂਆਂ ਨੂੰ ਆਮ ਤੌਰ ਤੇ ਜੈਵਿਕ ਨਾਈਟ੍ਰੋਜਨ ਸਥਿਰੀਕਾਰਕ ਕਿਹਾ ਜਾਂਦਾ ਹੈ। ਸੋ ਇਹ ਜੋ ਕੰਮ ਕਰਦੇ ਹਨ ਜੀਵਾਣੂ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਜੈਵਿਕ ਨਾਈਟ੍ਰੋਜਨ ਸਥਿਰੀਕਾਰਕ। ਸੋ ਇਹ ਜੋ ਕੰਮ ਹੈ ਕੁਝ ਜੀਵਾਣੂ ਅਤੇ ਨੀਲੀ ਹਰੀਕਾਈ ਕਰਦੀ ਹੈ। ਸੋ ਇਹ ਨੀਲੀ ਹਰੀਕਾਈ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਦਿੱਤੀਆਂ ਗਈਆਂ ਹਨ। ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਹੁਣ ਤੱਕ ਅਸੀਂ ਜੋ ਸੂਖਮ ਜੀਵ ਹਨ ਉਹਨਾਂ ਦੇ ਕਿੰਨੇ ਹੀ ਲਾਭ ਪੜ੍ਹ ਚੁੱਕੇ ਹਾਂ। ਸੋ ਜੋ ਇਸ ਦੀਆਂ ਹਾਨੀਆਂ ਹਨ, ਜੋ ਕਿ ਹਾਨੀਕਾਰਕ ਸੂਖਮ ਜੀਵ ਹਨ, ਇਹਦੇ ਬਾਰੇ ਅਸੀਂ ਅਗਲਾ ਭਾਗ ਹੈ ਇਸ ਚੈਪਟਰ ਦਾ, ਭਾਵ ਕਿ ਅਗਲਾ ਟਿਊਟੋਰੀਅਲ ਹੈ, ਉਹਦੇ ਵਿੱਚ ਪੜਾਂਗੇ। ਸੋ ਆਓ ਜੋ ਹੋਰ ਇਸ ਦੇ ਲਾਭ ਹਨ ਉਹ ਪੜ੍ਹੀਏ। ਵਾਤਾਵਰਣ ਦੀ ਸਫਾਈ। ਬੂਝੋ ਅਤੇ ਪਹੇਲੀ ਨੇ ਆਪਣੇ ਸਕੂਲ ਦੇ ਮਾਲੀ ਨੂੰ ਦੇਸੀ ਖਾਦ ਬਣਾਉਂਦੇ ਹੋਏ ਵੇਖਿਆ। ਸੋ ਜੋ ਅਗਲਾ ਭਾਗ ਹੈ ਉਹ ਵਾਤਾਵਰਣ ਦੀ ਸਫਾਈ। ਇਹ ਬੂਝੋ ਅਤੇ ਪਹੇਲੀ, ਇਹਨਾਂ ਨਾਲ ਤੁਸੀਂ ਬੜੇ ਜਾਣੂ ਹੀ ਹੋ। ਇਹ ਦੋ ਕਿਰਦਾਰ ਹਨ ਤੁਹਾਡੀ ਕਿਤਾਬ ਦੇ ਜੋ ਕਿ ਹਰ ਇੱਕ ਲੈਸਨ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਕੀ ਉਹਨਾਂ ਨੇ ਕੀਤਾ? ਬੂਝੋ ਅਤੇ ਪਹੇਲੀ ਨੇ ਆਪਣੇ ਸਕੂਲ ਦੇ ਮਾਲੀ ਨੂੰ ਦੇਸੀ ਖਾਦ ਭਾਵ ਕਿ ਮੈਨਿਓਰ, ਇਹਦੇ ਬਾਰੇ ਤੁਸੀਂ ਜੋ ਫਰਟੀਲਾਈਜ਼ਰਸ ਐਂਡ ਮੈਨਿਓਰ ਵਾਲਾ ਲੈਸਨ ਹੈ, ਪਹਿਲਾ ਚੈਪਟਰ ਹੈ, ਉਹਦੇ ਵਿੱਚ ਪੜ੍ਹਿਆ ਹੈ, ਬਣਾਉਂਦੇ ਹੋਏ ਵੇਖਿਆ। ਆਪਣੇ ਜਮਾਤੀਆਂ ਨਾਲ ਰਲ ਕੇ ਉਹਨਾਂ ਨੇ ਪੌਦਿਆਂ, ਫਲਾਂ ਅਤੇ ਸਬਜ਼ੀਆਂ ਦੇ ਬੇਲੋੜੇ ਪਦਾਰਥ, ਅਨਵਾਂਟਡ, ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈ, ਨੇੜੇ ਦੇ ਘਰਾਂ ਅਤੇ ਬਾਗਾਂ ਵਿੱਚੋਂ ਇਕੱਠੇ ਕੀਤੇ। ਉਹਨਾਂ ਨੇ ਇਹਨਾਂ ਪਦਾਰਥਾਂ ਨੂੰ ਕੂੜਾ ਕਰਕਟ ਦੇ ਨਿਪਟਾਰੇ ਲਈ ਬਣਾਏ ਗਏ ਟੋਏ ਵਿੱਚ ਪਾ ਦਿੱਤਾ। ਕੁਝ ਦਿਨਾਂ ਬਾਅਦ ਇਹ ਸਭ ਕੁਝ ਦੇਸੀ ਖਾਦ ਵਿੱਚ ਬਦਲ ਗਿਆ। ਬੂਝੋ ਅਤੇ ਪਹੇਲੀ ਜਾਣਨਾ ਚਾਹੁੰਦੇ ਸਨ ਕਿ ਅਜਿਹਾ ਕਿਵੇਂ ਹੋ ਗਿਆ। ਸੋ ਇਹ ਨੀਚੇ ਤਸਵੀਰ ਹੈ ਜੋ ਕਿ ਦੇਸੀ ਖਾਦ ਜੋ ਕਿ ਟੋਏ ਵਿੱਚ ਪਾਏ ਹੋਏ ਬੇਲੋੜੇ ਪਦਾਰਥਾਂ ਦੀ ਬਣ ਚੁੱਕੀ ਹੈ। ਸੋ ਇਹਦੇ ਬਾਰੇ ਤੁਸੀਂ ਪਿਛਲੇ ਲੈਸਨ ਵਿੱਚ ਪੜ੍ਹ ਚੁੱਕੇ ਹੋ। ਤੇ ਇਹ ਵੀ ਇੱਕ ਜੋ ਜੀਵਾਣੂ ਹਨ, ਜੋ ਮਾਈਕਰੋ ਆਰਗੈਨਿਜ਼ਮਸ ਹਨ, ਜੋ ਕਿ ਸਾਡੇ ਮਿੱਤਰ ਸੂਖਮ ਜੀਵ ਹਨ, ਉਹਨਾਂ ਦਾ ਹੀ ਕੰਮ ਹੈ। ਇਹਨਾਂ ਨੇ ਬਹੁਤ ਹੀ ਵੇਸਟ, ਜੋ ਕਿ ਇਨਸਾਨ ਦੇ ਕਿਸੇ ਕੰਮ ਦੀ ਚੀਜ਼ ਨਹੀਂ ਸੀ, ਉਸ ਨੂੰ ਬਹੁਤ ਹੀ ਫਾਇਦੇਮੰਦ, ਬਹੁਤ ਹੀ ਲਾਭਦਾਇਕ ਖਾਦ ਵਿੱਚ ਬਦਲ ਦਿੱਤਾ ਹੈ, ਜੋ ਕਿ ਦੁਬਾਰਾ ਪੌਦਿਆਂ ਦੁਆਰਾ ਸੋਖ ਲਈ ਜਾਵੇਗੀ ਅਤੇ ਇਨਸਾਨ ਦੇ ਕੰਮ ਆਏਗੀ। ਆਓ ਬੱਚਿਓ ਅੱਗੇ ਵਧਦੇ ਹਾਂ। ਇਸ ਨੂੰ ਸਿੱਧ ਕਰਨ ਵਾਸਤੇ ਤੁਹਾਨੂੰ ਕਿਰਿਆ 2.5 ਕਰਨ ਦੀ ਲੋੜ ਹੈ। 2 ਗਮਲੇ ਲਓ ਅਤੇ ਹਰ ਇੱਕ ਨੂੰ ਅੱਧ ਤੱਕ ਮਿੱਟੀ ਨਾਲ ਭਰੋ। ਗਮਲਿਆਂ ਦੀ ਜਗ੍ਹਾ ਤੁਸੀਂ ਪਲਾਸਟਿਕ ਦੇ ਡੱਬੇ ਵੀ ਲੈ ਸਕਦੇ ਹੋ। ਇੱਕ ਗਮਲੇ ਉੱਪਰ ਊੜਾ ਅਤੇ ਦੂਜੇ ਉੱਪਰ ਆੜਾ ਅੰਕਿਤ ਕਰੋ। ਗਮਲੇ ਊੜੇ ਵਿੱਚ ਪੌਦਿਆਂ ਦੀ ਰਹਿੰਦ ਖੂੰਹਦ ਪਾਓ ਅਤੇ ਗਮਲੇ ਆੜੇ ਵਿੱਚ ਪੋਲੀਥੀਨ, ਕੱਚ ਦੀਆਂ ਬੋਤਲਾਂ ਅਤੇ ਪਲਾਸਟਿਕ ਦੇ ਟੁੱਟੇ ਹੋਏ ਖਿਡੌਣੇ ਪਾਓ। ਦੋਨਾਂ ਗਮਲਿਆਂ ਨੂੰ ਇੱਕ ਪਾਸੇ ਰੱਖ ਦਿਓ। 2-3 ਹਫ਼ਤਿਆਂ ਬਾਅਦ ਦੋਨਾਂ ਦਾ ਨਿਰੀਖਣ ਕਰੋ। ਤੁਸੀਂ ਕੀ ਦੋਨੋਂ ਗਮਲਿਆਂ ਵਿਚਲੀ ਸਮੱਗਰੀ ਵਿੱਚ ਕੋਈ ਫਰਕ ਭਾਵ ਕਿ ਅੰਤਰ ਵੇਖਦੇ ਹੋ? ਤੁਸੀਂ ਕੀ ਵੇਖੋਗੇ? ਤੁਸੀਂ ਵੇਖੋਗੇ ਕਿ ਗਮਲਾ ਊੜਾ ਵਿਚਲੀ ਸਮੱਗਰੀ ਅਪਘਟਿਤ ਹੋ ਗਈ ਹੈ। ਪੌਦਿਆਂ ਦੀ ਰਹਿੰਦ ਖੂੰਹਦ ਸੂਖਮ ਜੀਵਾਂ ਦੀ ਕਿਰਿਆ ਦੁਆਰਾ ਦੇਸੀ ਖਾਦ ਵਿੱਚ ਪਰਿਵਰਤਿਤ ਹੋ ਗਈ ਹੈ। ਕੀ ਤੁਸੀਂ ਨੋਟ ਕੀਤਾ ਕਿ ਗਮਲੇ ਆੜੇ ਵਿੱਚ ਪਾਏ ਗਏ ਪੋਲੀਥੀਨ, ਖਾਲੀ ਕੱਚ ਦੀਆਂ ਬੋਤਲਾਂ ਜਾਂ ਟੁੱਟੇ ਹੋਏ ਪਲਾਸਟਿਕ ਦੇ ਖਿਡੌਣੇ ਵਿੱਚ ਕੋਈ ਬਦਲਾਵ ਨਹੀਂ ਆਇਆ? ਸੂਖਮ ਜੀਵ ਇਹਨਾਂ ਪਦਾਰਥਾਂ ਨਾਲ ਕਿਰਿਆ ਨਹੀਂ ਕਰ ਸਕਦੇ ਅਤੇ ਨਾ ਹੀ ਇਹਨਾਂ ਨੂੰ ਖਾਦ ਵਿੱਚ ਬਦਲ ਸਕਦੇ ਹਨ। ਇਸ ਤਰ੍ਹਾਂ ਸੂਖਮ ਜੀਵ ਹਾਨੀਕਾਰਕ ਅਤੇ ਬਦਬੂਦਾਰ ਪਦਾਰਥਾਂ ਦਾ ਅਪਘਟਨ ਕਰਨ ਲਈ ਵਰਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਵਾਤਾਵਰਣ ਦੀ ਸਫਾਈ ਕਰਦੇ ਹਨ। ਸੋ ਜੋ ਪਲਾਸਟਿਕ ਦੀਆਂ ਬੋਤਲਾਂ ਤੇ ਪੋਲੀਥੀਨ ਜੋ ਅਪਘਟਿਤ ਕਿਉਂ ਨਹੀਂ ਹੋਏ, ਇਹਦੇ ਬਾਰੇ ਤੁਸੀਂ ਇਸੀ ਜਮਾਤ ਵਿੱਚ ਅੱਗੇ ਜਾ ਕੇ ਪੜ੍ਹੋਗੇ। ਪਰੰਤੂ ਇਸ ਕਿਰਿਆ ਨਾਲ ਸਿੱਧ ਕੀ ਹੁੰਦਾ ਹੈ ਕਿ ਜੋ ਪੌਦਿਆਂ ਦੀ ਰਹਿੰਦ ਖੂੰਹਦ ਹੈ ਉਸ ਤੇ ਜੋ ਸੂਖਮ ਜੀਵ ਹਨ ਉਹ ਕਿਰਿਆ ਕਰਦੇ ਹਨ ਅਤੇ ਉਸ ਨੂੰ ਦੇਸੀ ਖਾਦ ਭਾਵ ਕਿ ਮੈਨਿਓਰ ਵਿੱਚ ਬਦਲ ਦਿੰਦੇ ਹਨ। ਬੱਚਿਓ, ਇਸ ਦੇ ਨਾਲ ਹੀ ਜੋ ਇਹ ਭਾਗ ਹੈ, ਭਾਗ ਪਹਿਲਾ, ਤੁਹਾਡੇ ਲੈਸਨ ਦਾ ਪਹਿਲਾ ਭਾਗ ਇਹ ਖਤਮ ਹੁੰਦਾ ਹੈ। ਇਸ ਵਿੱਚ ਅਸੀਂ ਲਾਭਕਾਰੀ ਸੂਖਮ ਜੀਵਾਂ ਬਾਰੇ ਪੜ੍ਹਿਆ ਹੈ, ਜੋ ਕਿ ਅਗਲਾ ਭਾਗ ਪਾਰਟ 2 ਹੋਵੇਗਾ। ਉਸ ਵਿੱਚ ਅਸੀਂ ਹਾਨੀਕਾਰਕ ਸੂਖਮ ਜੀਵਾਂ ਬਾਰੇ ਪੜ੍ਹਾਂਗੇ। ਬੱਚਿਓ, ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਲੈਸਨ ਨੂੰ ਚੰਗੀ ਤਰ੍ਹਾਂ ਆਪਣੀ ਕਾਪੀਆਂ ਵਿੱਚ ਲਿਖੋ
ਅਤੇ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ। ਇਸ ਦੇ ਨਾਲ ਹੀ ਇਹ ਕਹਿੰਦੇ ਹੋਏ ਮੈਂ ਤੁਹਾਡੇ ਤੋਂ ਵਿਦਾ ਲੈਂਦਾ। ਧੰਨਵਾਦ।